ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ, ਆਦਾਬ। ਸੋ ਸਭ ਤੋਂ ਪਹਿਲਾਂ ਤਾਂ ਆਹ ਥੰਬਨੇਲ ਦੇਖੋ ਕਿ ਹੁਣ ਕਰੋ ਹਰ ਇੱਕ ਸਬਜੈਕਟ ਦੀ ਡਿਟੇਲ ਵਿੱਚ ਤਿਆਰੀ। ਪਹਿਲੀ ਗੱਲ ਤਾਂ ਤੁਸੀਂ ਆਲਰੇਡੀ ਡਿਟੇਲ ਵਿੱਚ ਤਿਆਰੀ ਹੁਣ ਤੱਕ ਕਰ ਹੀ ਰਹੇ ਹੋਵੋਗੇ, ਬਟ ਫਿਰ ਵੀ ਆਪਾਂ ਨੂੰ ਕਈ ਵਾਰੀ ਐਂ ਕਹਿ ਲਓ ਵੀ ਇੱਕ ਸਬਜੈਕਟ ਕੋਈ ਨਾ ਕੋਈ ਆਪਣਾ ਕਮਜ਼ੋਰ ਰਹਿ ਜਾਂਦਾ। ਜਿਵੇਂ ਹੁਣ ਜਿਓਗ੍ਰਾਫੀ ਹੈ, ਜਿਓਗ੍ਰਾਫੀ ਬਹੁਤ ਰੇਅਰ, ਬਹੁਤ ਘੱਟ ਪੜ੍ਹੀ ਜਾਂਦੀ ਹੈ। ਸੇਮ ਇਕਨੋਮਿਕਸ ਘੱਟ ਪੜ੍ਹੀ ਜਾਂਦੀ ਹੈ। ਸੇਮ ਇਸੇ ਤਰੀਕੇ ਦੇ ਨਾਲ ਯਾਨੀ ਕਿ ਕੋਈ ਨਾ ਕੋਈ ਸਬਜੈਕਟ ਆਪਣਾ ਕਮਜ਼ੋਰ ਰਹਿ ਜਾਂਦਾ। ਜਿਵੇਂ ਮੈਂ ਜੀਐਸ ਦੀ ਗੱਲ ਕੀਤੀ ਐਵੇਂ ਕਈ ਵਾਰੀ ਕਿਸੇ ਦਾ ਮੈਥ ਬਹੁਤ ਕਮਜ਼ੋਰ ਹੈ, ਕਿਸੇ ਦੀ ਰੀਜ਼ਨਿੰਗ ਬਹੁਤ ਕਮਜ਼ੋਰ ਹੈ, ਕਿਸੇ ਦੀ ਇੰਗਲਿਸ਼ ਬਹੁਤ ਕਮਜ਼ੋਰ ਹੈ, ਪੰਜਾਬੀ ਕਈ ਵਾਰੀ ਬਹੁਤ ਜ਼ਿਆਦਾ ਗਲਤ ਹੋ ਜਾਂਦੀ ਹੈ। ਸੋ ਕਹਿਣ ਦਾ ਮਤਲਬ ਜੇਕਰ ਇੱਕ ਇੱਕ ਸਬਜੈਕਟ ਦੀ ਤਿਆਰੀ ਕਰਨੀ ਹੈ ਤਾਂ ਹੁਣ ਇਹ ਵੀਡੀਓ ਤੁਹਾਡੇ ਵਾਸਤੇ ਹੈ। ਸੋ ਪਹਿਲੀ ਗੱਲ ਤਾਂ ਰੇਸ ਅਕੈਡਮੀ ਅਫੀਸ਼ੀਅਲ ਤੇ ਸਵਾਗਤ ਹੈ। ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਬੈਲ ਆਈਕਨ ਦਬਾ ਕਰੋ, ਉਹਦੇ ਨਾਲ ਨੋਟੀਫਿਕੇਸ਼ਨ ਵਗੈਰਾ ਤੁਹਾਨੂੰ ਜਲਦੀ ਆ ਜਾਂਦੀ ਹੈ, ਨਾਲ ਦੀ ਨਾਲ ਆ ਜਾਂਦੀ ਹੈ। ਤਾਂ ਹੁਣ ਮੈਂ ਪਹਿਲਾਂ ਆਪਣੇ ਬਾਰੇ ਦੱਸਦਾ ਕਿ ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ਅਫੀਸ਼ੀਅਲ ਕਾਫੀ ਟਾਈਮ ਤੋਂ ਵਰਕ ਕਰ ਰਹੀ ਹੈ ਜਿੰਨੇ ਵੀ ਗਵਰਨਮੈਂਟ ਐਗਜ਼ਾਮ ਹੈ। ਐਂਡ ਪਰਸਨਲੀ ਮੈਂ ਪਿਛਲੇ 7-8 ਸਾਲਾਂ ਤੋਂ ਜਿਹੜਾ ਕਿ ਪੜ੍ਹਾ ਰਿਹਾ ਹਾਂ ਲਗਾਤਾਰ, ਰਾਈਟ। ਸੋ ਰੇਸ ਅਕੈਡਮੀ ਅਫੀਸ਼ੀਅਲ ਤੇ ਬਹੁਤ ਸਾਰੇ ਕੋਰਸ ਹੈ। ਐਪਲੀਕੇਸ਼ਨ ਜੇਕਰ ਤੁਸੀਂ ਇੰਸਟਾਲ ਕੀਤੀ ਹੋਈ ਹੈ ਤਾਂ ਐਪਲੀਕੇਸ਼ਨ ਦੇ ਵਿੱਚ ਤੁਸੀਂ ਆਹ ਚੀਜ਼ ਯਾਨੀ ਕਿ ਤੁਸੀਂ ਇੰਸਟਾਲ ਕੀਤੀ ਹੋਊਗੀ। ਜਿਨ੍ਹਾਂ ਨੇ ਨਹੀਂ ਕੀਤੀ, ਪਲੇ ਸਟੋਰ ਤੇ ਜਾ ਕੇ ਉਹ ਐਪਲੀਕੇਸ਼ਨ ਜ਼ਰੂਰ ਇੰਸਟਾਲ ਕਰ ਲੈਣ। ਹੁਣ ਬਹੁਤ ਸਾਰੇ ਕੋਰਸ ਇਦੋਂ ਪਹਿਲਾਂ ਚੱਲ ਰਹੇ ਸੀ, ਉਹਨਾਂ ਸਾਰਾ ਕੋਰਸਾਂ ਨੂੰ ਖਤਮ ਕਰ ਦਿੱਤਾ ਗਿਆ, ਕਲੋਜ਼ ਕਰ ਦਿੱਤਾ ਗਿਆ। ਹੁਣ ਬਿਲਕੁਲ ਨਵੇਂ ਫਰੈਸ਼ ਕੋਰਸ ਆਉਣਗੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਚੀਜ਼ ਦੱਸਾਂ ਕਿ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਜਿਵੇਂ ਆਪਾਂ ਕਹਿ ਦਈਏ ਵੀ ਪੇਪਰ ਦੇ ਵਿੱਚ ਜ਼ਿਆਦਾ ਕੀ ਆਉਂਦਾ, ਤੇ ਅੱਜ ਕੱਲ੍ਹ ਪਹਿਲੀ ਗੱਲ ਆਪਾਂ ਪ੍ਰੋਡਿਕਟ ਕਰ ਨਹੀਂ ਸਕਦੇ। ਜਿਵੇਂ ਕਰੰਟ ਅਫੇਅਰ ਹੋ ਗਏ, ਹੋ ਸਕਦਾ ਕਰੰਟ ਅਫੇਅਰ ਬਹੁਤ ਜ਼ਿਆਦਾ ਆ ਜਾਣ, ਹੋ ਸਕਦਾ ਪੋਲਿਟੀ ਦੇ ਬਹੁਤ ਜ਼ਿਆਦਾ ਵੱਡਾ ਪੋਰਸ਼ਨ ਆ ਜੇ, ਹੋ ਸਕਦਾ ਹਿਸਟਰੀ ਦਾ ਕੋਈ ਵੀ ਕੁਐਸਚਨ ਨਾ ਆਵੇ ਜਾਂ ਬਹੁਤ ਜ਼ਿਆਦਾ ਕੁਐਸਚਨ ਹਿਸਟਰੀ ਤੋਂ ਆ ਜਾਣ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਸਬਜੈਕਟ ਨੂੰ ਹਲਕੇ ਦੇ ਵਿੱਚ ਲੈ ਲਈਏ। ਜੀਓਗ੍ਰਾਫੀ ਦੇ ਕੁਐਸਚਨ ਵੀ ਆ ਜਾਂਦੇ ਆ, ਸਾਇੰਸ ਐਂਡ ਟੈਕ ਤੋਂ ਵੀ ਆ ਜਾਂਦੇ ਆ, ਇਕਨੋਮਿਕਸ ਤੋਂ ਵੀ ਆ ਜਾਂਦੇ ਆ, ਅੱਜ ਕੱਲ੍ਹ ਇਨਵਾਇਰਨਮੈਂਟ ਤੋਂ ਕੁਐਸਚਨ ਵੀ ਆਉਣ ਲੱਗ ਗਏ। ਸਟੈਟਿਕ ਜੀਕੇ ਤਾਂ ਬਹੁਤ ਵੱਡਾ ਹਾਊਆ ਕਿ ਕਿਤੋਂ ਵੀ ਕੁਐਸਚਨ ਪੁੱਛ ਲਿਆ ਜਾਂਦਾਗਾ। ਸੋ ਇਹ ਸਾਰੀ ਚੀਜ਼ਾਂ ਨੂੰ ਕੰਸੀਡਰ ਕਰਦੇ ਹੋਏ ਮੈਂ ਕੀ ਕੀਤਾਗਾ, ਜਿੰਨੇ ਵੀ ਕੰਪਲੀਟ ਯਾਨੀ ਪਹਿਲਾਂ ਆਲਰੇਡੀ ਕੋਰਸ ਸੀਗੇ ਉਹਨਾਂ ਸਾਰਿਆਂ ਨੂੰ ਖਤਮ ਕਰਕੇ ਇੱਕ ਇੱਕ ਸਬਜੈਕਟ ਦਾ ਅਲੱਗ ਤੋਂ ਕੋਰਸ ਕ੍ਰੀਏਟ ਕੀਤਾ ਗਿਆ, ਰਾਈਟ। ਤੇ ਸਭ ਤੋਂ ਵਧੀਆ ਗੱਲ ਕੀ ਹੈ ਕਿ ਇਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਮੈਂ ਗਾਇਬ ਕਿੱਥੇ ਸੀਗਾ, ਕਿਉਂਕਿ ਮੈਂ YouTube ਤੇ ਬਹੁਤ ਯਾਨੀ ਤੁਸੀਂ ਐਂ ਕਹ ਲਓ ਵੀ ਇਨਐਕਟਿਵ ਰਹਾਂਗਾ ਬਹੁਤ ਪਿਛਲੇ 4-5 ਮਹੀਨਿਆਂ ਤੋਂ। ਉਹਦਾ ਕਾਰਨ ਸਿਰਫ ਇਹੋ ਸੀਗਾ, ਜੇਕਰ ਤੁਸੀਂ ਦੇਖੀ ਹੋਵੇ ਵੀਡੀਓ, ਮੈਂ ਟਾਰਗੇਟ ਐਕਸਰਸਾਈਜ਼ ਕਰਕੇ ਇੱਕ ਆਫਲਾਈਨ ਕੋਰਸ ਚਲਾਇਆ ਸੀ ਜਿਹੜਾ ਕਿ ਫ੍ਰੀ ਆਫ ਕਾਸਟ ਸੀਗਾ। ਐਂਡ ਉਹ ਪਿਛਲੇ 4 ਮਹੀਨਿਆਂ ਤੋਂ ਐਂਡ ਸਟਿਲ ਕੰਟੀਨਿਊ ਆ ਉਹ ਚੱਲ ਰਿਹਾ ਹੈਗਾ। ਤਾਂ ਮੇਰਾ ਧਿਆਨ ਆ ਜਿਹੜਾ ਉਧਰ ਚਲਿਆ ਗਿਆ ਸੀ, ਯਾਨੀ ਕਿ ਐਂ ਕਹ ਲਓ ਵੀ ਫੁੱਲੀ ਡੈਡੀਕੇਟ ਮੈਂ ਉਹਨੂੰ ਹੋ ਗਿਆ ਸੀ। ਇਸ ਕਰਕੇ ਪਿਛਲੇ 4-5 ਮਹੀਨਿਆਂ ਤੋਂ ਮੈਂ ਬਿਲਕੁਲ ਗਾਇਬ ਸੀ। ਯਾਨੀ ਆਨਲਾਈਨ ਦੇ ਵਿੱਚ ਤੁਸੀਂ ਐਂ ਕਹਿ ਲਓ ਵੀ ਜੋ YouTube ਤੇ ਵੀਡੀਓਜ਼ ਵਗੈਰਾ ਪੈਂਦੀਆਂ ਸੀ ਉਹ ਇਸੇ ਕਰਕੇ ਨਹੀਂ ਆ ਰਹੀਆਂ ਸੀ, ਰਾਈਟ। ਸੋ ਹੁਣ ਪੇਪਰ ਵੀ ਐਕਸਟੈਂਡ ਹੋ ਗਿਆ ਐਂਡ ਪੰਜਾਬ ਪੁਲਿਸ ਦਾ ਵੀ ਪੇਪਰ ਹੋ ਗਿਆ। ਦੇਖੋ ਇੰਨਾ ਵਧੀਆ ਪੇਪਰ ਆਇਆ, ਇੰਨਾ ਸੌਖਾ ਪੇਪਰ ਆਇਆ। ਹੋਪ ਸੋ ਤੁਸੀਂ ਸਾਰਿਆਂ ਦਾ ਵਧੀਆ ਹੋਊਗਾ। ਬਾਕੀ ਕੱਟ ਆਫ ਡਿਸਾਈਡ ਕਰਾਂਗੇ, ਉਹ ਜਿਵੇਂ ਵੀ ਆ ਦੇਖੋ ਕਿੰਨਾ ਸਕੋਰ ਹੁੰਦਾਗਾ, ਰਾਈਟ। ਤਾਂ ਉਹ ਜਿਹੜਾ ਕੁਝ ਹੋਣਾ ਸੀ ਹੋ ਗਿਆ। ਹੁਣ ਆਪਣਾ ਟਾਰਗੇਟ ਯਾਨੀ ਅਗਲੇ ਪੇਪਰ ਹੋਣਾ ਚਾਹੀਦਾ। ਜੇਕਰ ਮਾੜੀ ਮੋਟੀ ਕਮੀ ਰਹੀ ਹੈ ਤਾਂ ਆਪਾਂ ਉਹਨਾਂ ਨੂੰ ਦੂਰ ਕਰ ਲਾਂਗੇ। ਦੇਖੋ ਜੇਕਰ ਮੈਂ ਮੈਥ ਦੀ ਗੱਲ ਕਰਾਂ ਤਾਂ ਮੈਥ ਮੈਂ ਇੰਨੇ ਟਾਈਮ ਤੋਂ ਪੜ੍ਹਾਈ ਜਾਂਦਾ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੁਐਸਚਨ ਆ ਜਿਹੜਾ ਉਹ ਤੁਹਾਡੇ ਪੇਪਰ ਦੇ ਵਿੱਚ ਐਸਾ ਨਹੀਂ ਮਿਲੂਗਾ ਕਿ ਜਿਹੜਾ ਆਪਾਂ ਨਾ ਕੀਤਾ ਹੋਵੇ, ਰਾਈਟ। ਯਾਨੀ ਕਹਿਣ ਦਾ ਮਤਲਬ ਜੇਕਰ ਤੁਸੀਂ ਕਿਸੇ ਵੀ ਚੀਜ਼ ਨੂੰ ਡਿਟੇਲ 'ਚ ਪੜ੍ਹ ਲਓ, ਇਕੱਲੇ ਮੈਂ ਮੈਥ ਦੀ ਗੱਲ ਨਹੀਂ ਕਰਦਾ, ਚਾਹੇ ਉਹ ਜੀਐਸ ਦਾ ਪੋਰਸ਼ਨ ਹੈ, ਚਾਹੇ ਉਹ ਰੀਜ਼ਨਿੰਗ ਦਾ ਪੋਰਸ਼ਨ ਹੈ, ਚਾਹੇ ਇੰਗਲਿਸ਼ ਹੋ ਗਿਆ, ਚਾਹੇ ਪੰਜਾਬੀ ਹੋ ਗਿਆ, ਯਾਨੀ ਕੋਈ ਵੀ ਐਸੀ ਚੀਜ਼ ਨਹੀਂ ਜੇਕਰ ਤੁਸੀਂ ਪੂਰੀ ਡਿਟੇਲ ਦੇ ਵਿੱਚ ਪੜ੍ਹੋ ਤਾਂ ਉਹ ਪੇਪਰ ਤੋਂ ਤੁਹਾਨੂੰ ਯਾਨੀ ਪੇਪਰ ਦੇ ਵਿੱਚ ਤੁਹਾਨੂੰ ਮਿਲ ਹੀ ਜਾਊਗਾ 95%। 5% ਚਲੋ ਹੁੰਦਾ ਜਿਹੜਾ ਸਟੈਟਿਕ ਪੋਰਸ਼ਨ ਹੁੰਦਾ ਉਹ ਕਦੇ ਵੀ ਕਿਤੋਂ ਵੀ ਪੁੱਛ ਲਿਆ ਜਾ ਸਕਦਾ, ਉਹ ਚਲੋ ਆਪਾਂ, ਪਰ 95% ਇਨਫ ਹੁੰਦੇ ਆ, ਮੋਰ ਦੈਨ ਇਨਫ ਆ ਤੁਹਾਡੀ ਸਿਲੈਕਸ਼ਨ ਲੈਣ ਵਾਸਤੇ। ਉਹ ਕਦੇ ਵੀ ਸਿਲੈਕਸ਼ਨ ਤੁਹਾਡੀ ਨਹੀਂ ਰੋਕਣਗੇ ਜਿਹੜੇ 5% ਊਟ ਪਟਾਂਗ ਪੇਪਰ ਦੇ ਵਿੱਚ ਪੁੱਛਿਆ ਜਾਂਦਾ, ਉਹ ਕਿਸੇ ਨੂੰ ਵੀ ਨਹੀਂ ਆਉਂਦਾ ਹੁੰਦਾ। ਸੋ ਉਹਨਾਂ ਨੂੰ ਤੁਸੀਂ ਇਗਨੋਰ ਕਰ ਵੀ ਸਕਦੇ ਹੋ, ਰਾਈਟ ਆ। ਬਟ ਜਿਵੇਂ ਮੈਥ ਹੋ ਗਿਆ, ਰੀਜ਼ਨਿੰਗ ਹੋ ਗਿਆ, ਪੰਜਾਬੀ ਹੋ ਗਿਆ, ਕੰਪਿਊਟਰ ਹੋ ਗਿਆ, ਇਹ ਐਸੇ ਸਬਜੈਕਟ ਆ ਜਿੱਥੋਂ ਤੁਹਾਨੂੰ ਤੁਸੀਂ 100% ਜਾਂ 99% ਸਕੋਰ ਕਰ ਸਕਦੇ ਹੋ। ਈਵਨ ਕਿ ਮੈਥ ਰੀਜ਼ਨਿੰਗ ਤਾਂ 100% ਹੀ ਸਕੋਰ ਕਰ ਸਕਦੇ ਹੋ ਜੇਕਰ ਤੁਸੀਂ ਪੂਰੀ ਡਿਟੇਲ ਦੇ ਵਿੱਚ ਢੰਗ ਦੇ ਨਾਲ ਕੀਤਾ ਹੋਵੇ। ਸੋ ਹੁਣ ਮੈਂ ਇਕੱਲੇ ਸਬਜੈਕਟ ਦੀ ਡਿਟੇਲ ਦੱਸੂਗਾ ਕਿ ਕਿਵੇਂ ਕਿਵੇਂ ਆਪਾਂ ਇਸ ਯਾਨੀ ਜਿਹੜੇ ਮੈਂ ਤੁਹਾਨੂੰ ਐਪਲੀਕੇਸ਼ਨ ਤੇ ਦੱਸੂਗਾ ਵੀ ਇਕੱਲੇ ਕੋਰਸ ਬਾਰੇ, ਯਾਨੀ ਉਹਨਾਂ ਦੇ ਵਿੱਚ ਕੀ ਕੀ ਡਿਟੇਲ ਆ ਉਹ ਸਾਰੀ ਤੁਹਾਨੂੰ ਮੈਂ ਸਮਝਾਊਂਗਾ, ਰਾਈਟ। ਤਾਂ ਸਭ ਤੋਂ ਪਹਿਲਾਂ ਆਪਾਂ ਜੇਕਰ ਸਟਾਰਟ ਕਰੀਏ ਤਾਂ ਕੰਪਲੀਟ ਮੈਥ ਦੀ ਮੈਂ ਗੱਲ ਕਰਦਾ। ਜਿਵੇਂ ਕਿ ਪਹਿਲਾ ਜਿਹੜਾ ਕੋਰਸ ਆ ਉਹ ਕੰਪਲੀਟ ਮੈਥ ਦਾ ਕੋਰਸ ਹੈ। ਜਿਵੇਂ ਕਿ ਇੱਥੇ ਲਿਖਿਆ ਹੋਇਆ ਫॉर ਆਲ ਪੰਜਾਬ ਐਗਜ਼ਾਮ ਅਪ ਟੂ ਪੀਪੀਐਸਸੀ ਲੈਵਲ। ਪੀਪੀਐਸਸੀ ਲੈਵਲ ਦਾ ਜ਼ਿਕਰ ਮੈਂ ਕਿਉਂ ਕੀਤਾ, ਕਿਉਂਕਿ ਪਿੱਛੇ ਨਾਇਬ ਤਹਿਸੀਲਦਾਰ ਦਾ ਪੇਪਰ ਵੀ ਹੋ ਕੇ ਹਟਿਆ ਐਂਡ ਕੋਆਪਰੇਟਿਵ ਇੰਸਪੈਕਟਰ ਦਾ ਵੀ ਜਿਹੜਾ ਹੈਗਾ ਪੇਪਰ ਹੋ ਕੇ ਹਟਿਆ। ਕੋਆਪਰੇਟਿਵ ਇੰਸਪੈਕਟਰ ਦਾ ਤਾਂ ਚਲੋ ਹਜੇ ਫਿਰ ਵੀ ਮੈਥ ਜਿਹੜਾ ਰੀਜ਼ਨਿੰਗ ਸੀਗਾ ਉਹ ਸੌਖਾ ਸੀ, ਰਾਈਟ। ਬਟ ਨੈਬ ਦਾ ਜਿਹੜਾ ਸੀਗਾ ਉਹ ਥੋੜਾ ਜਿਹਾ ਤੁਸੀਂ ਕਹਿ ਸਕਦੇ ਹੋ ਡਿਫਿਕਲਟ ਮੰਨਿਆ ਗਿਆ, ਪਰ ਮੈਂ ਨਹੀਂ ਮੰਨਦਾ। ਕਾਰਨ ਉਹਦਾ ਕੀ ਹੈ ਕਿ ਜੇਕਰ ਤੁਸੀਂ ਕੰਪਲੀਟ ਮੈਥ ਪੜ੍ਹਿਆ ਹੋਊਗਾ ਤਾਂ ਉਹ ਨੈਬ ਵਾਲਾ ਵੀ ਤੁਹਾਨੂੰ ਆਸਾਨ ਲੱਗੂਗਾ। ਡਿਫਿਕਲਟ ਉਹਦੇ ਵਿੱਚ ਕੀ ਸੀ ਉਹ ਤੁਹਾਨੂੰ ਮੈਂ ਦੱਸਦਾ।
ਉਹ ਡਿਫਿਕਲਟ ਜਿਹਦੀ ਡਿਮਾਂਡ ਚੱਲੀ ਸੀ ਵੀ ਉਹ ਪੰਜਾਬੀ ਦੇ ਵਿੱਚ ਵੀ ਹੋਣਾ ਚਾਹੀਦਾ, ਉਹਦਾ ਕਾਰਨ ਸਿਰਫ ਇਹ ਸੀਗਾ ਕਿ ਜਿਹੜੀ ਇੰਗਲਿਸ਼ ਦੇ ਵਿੱਚ ਐਡੀਆਂ ਵੱਡੀਆਂ ਵੱਡੀਆਂ ਲੈਂਗੁਏਜ ਯਾਨੀ ਇੰਗਲਿਸ਼ ਲੈਂਗੁਏਜ ਦੇ ਵਿੱਚ ਉਹ ਲਿਖਿਆ ਹੋਇਆ ਸੀ, ਬਸ ਉਹ ਸਮਝਣਾ ਔਖਾ ਹੋ ਗਿਆ। ਰਾਈਟ, ਜੋ ਪੰਜਾਬੀ ਮੀਡੀਅਮ ਦਾ ਓਬਵੀਅਸਲੀ ਗੱਲ ਹੈ ਉਹਦੇ ਵਾਸਤੇ ਔਖਾ ਹੋ ਜਾਊਗਾ। ਰਾਈਟ, ਸੋ ਇਸ ਕਰਕੇ ਲੈਂਗੁਏਜ ਦਾ ਇਸ਼ੂ ਸੀਗਾ ਜੇਕਰ, ਬਟ ਤੁਸੀਂ ਕੁਐਸਚਨ ਨੂੰ ਪੰਜਾਬੀ ਦੇ ਵਿੱਚ ਜਾਂ ਕਹਿ ਲਓ ਆਪਣੀ ਜਿਵੇਂ ਆਪਾਂ ਬੋਲਦੇ ਆ ਉਸ ਲੈਂਗੁਏਜ ਦੇ ਵਿੱਚ ਜੇਕਰ ਉਸ ਕੁਐਸਚਨ ਨੂੰ ਸਮਝ ਲਿਆ ਜਾਵੇ, ਉਸ ਤੋਂ ਬਾਅਦ ਉਹ ਸੋਲਵ ਬਹੁਤ ਛੇਤੀ ਹੋ ਜਾਊਗਾ। ਬਸ ਉਸ ਕੁਐਸਚਨ ਨੂੰ ਸਮਝਣਾ ਹੀ ਸਿਰਫ ਔਖਾ ਹੋ ਗਿਆ ਸੀ। ਰਾਈਟ, ਸੋ ਇਸੇ ਕਰਕੇ ਨੈਬ ਨੂੰ ਆਪਾਂ ਟਫ ਮੰਨ ਲੈਂਦੇ ਹਾਂ, ਐਂਡ ਕੋਆਪਰੇਟਿਵ ਇੰਸਪੈਕਟਰ ਦਾ ਤਾਂ ਚਲੋ ਸੌਖਾ ਸੀਗਾ ਹੀ ਸੀਗਾ। ਉਸ ਤੋਂ ਬਾਅਦ ਆਪਾਂ ਹੁਣ ਪੰਜਾਬ ਪੁਲਿਸ ਦੇ ਜਿੰਨੇ ਵੀ ਪੇਪਰ ਹੋਏ ਆ ਉਹਨਾਂ ਦੀ ਗੱਲ ਕਰ ਲਓ, ਉਹ ਤਾਂ ਬਹੁਤ ਹੀ ਜ਼ਿਆਦਾ ਸੌਖੇ ਆ ਗਏ, ਜਾਂ ਇਸ ਤੋਂ ਪਹਿਲਾਂ ਜਿੰਨੇ ਵੀ ਐਗਜ਼ਾਮ ਹੋਏ ਆ ਉਹਨਾਂ ਦੇ ਵਿੱਚ ਲਗਭਗ ਸਾਰੇ ਪੇਪਰ ਯਾਨੀ ਮੈਥ ਜਿਹੜਾ ਸੌਖਾ ਹੀ ਹੁੰਦਾ। ਰਾਈਟ, ਐਕਸਾਈਜ਼ ਇੰਸਪੈਕਟਰ ਹੋ ਗਿਆ, ਸੌਖਾ ਹੀ ਆਇਆ। ਰਾਈਟ, ਆ ਕਲੈਰੀਕਲ ਲੈਵਲ ਹੈ, ਸੌਖਾ ਹੀ ਆਇਆ। ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ, ਪਟਵਾਰੀ ਹੋ ਗਿਆ, ਸੌਖਾ ਹੀ ਸੀ। ਰਾਈਟ, ਹੁਣ ਇਹ ਸੌਖਾ ਸੌਖਾ ਕਿੰਨਾ ਵਾਸਤੇ ਆ? ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਥ ਨੂੰ ਕੰਪਲੀਟ ਕੀਤਾ ਹੋਇਆ। ਹੁਣ ਜੇ ਮੰਨ ਲਓ ਸੌਖਾ ਵੀ ਤੁਹਾਨੂੰ ਔਖਾ ਲੱਗ ਰਿਹਾ, ਜਿਵੇਂ ਹੁਣ ਮੰਨ ਲਓ ਮੈਂ ਇਹ ਸੌਖਾ ਸੌਖਾ ਬੋਲ ਰਿਹਾ, ਜੇ ਉਹਨੇ ਸੌਖਾ ਤੁਹਾਡੀ ਡਿਕਸ਼ਨਰੀ ਦੇ ਵਿੱਚ ਔਖਾ ਹੈਗਾ ਤਾਂ ਇਹਦਾ ਮਤਲਬ ਆਪਾਂ ਸੱਚੀ ਸਿਲੈਕਸ਼ਨ ਤੋਂ ਬਹੁਤ ਦੂਰ ਆ, ਕਿਉਂਕਿ ਇਹ ਸੱਚੀ ਇੰਨਾ ਸੌਖਾ ਸੀ ਕਿ ਲਗਭਗ ਜੇਕਰ ਤੁਸੀਂ ਆਸੇ-ਪਾਸੇ ਨਿਗਾਹ ਮਾਰੋ ਤਾਂ ਜਿਹਨੇ ਕਦੇ ਮੈਥ ਦੀ ਕੋਚਿੰਗ ਨਹੀਂ ਵੀ ਲਈ ਤਾਂ ਮੇਰੇ ਹਿਸਾਬ ਦੇ ਨਾਲ ਉਹ ਵੀ 30 ਦੇ ਵਿੱਚੋਂ 20 ਕੁਐਸਚਨ ਜਾਂ 18-19 ਕੁਐਸਚਨ ਕਰਿਆ ਆ, ਤੇ ਜਿਹਨੇ ਮਾੜੀ ਮੋਟੀ ਕੋਚਿੰਗ ਲਈ ਹੋਈ ਆ ਉਹ 25 ਕਰਿਆ ਆ, ਤੇ ਜਿਹਨੇ ਬਹੁਤ ਵਧੀਆ ਕੀਤਾ ਹੋਇਆ ਉਹ 30 ਦੇ ਵਿੱਚੋਂ 30 ਹੀ ਕਰਕੇ ਆਇਆ। ਯਾਨੀ ਤੁਸੀਂ ਇਹ ਮੰਨੋ ਵੀ ਜਿਹੜਾ 30 ਦੇ ਵਿੱਚੋਂ 30 ਨਹੀਂ ਕਰਕੇ ਆਇਆ ਪੰਜਾਬ ਪੁਲਿਸ ਦੇ ਜਿਹੜੇ ਪੇਪਰ ਹੋਇਆ ਤਾਂ ਉਹ ਮਾੜੀ ਗੱਲ ਹੈ। ਯਾਨੀ 30 ਚੋਂ 30 ਹੋਣੇ ਚਾਹੀਦੇ ਸੀ, ਚਲੋ ਆਪਾਂ ਫਿਰ ਵੀ 2-3 ਛੱਡ ਲੈਣੇ ਆ, ਯਾਨੀ 25 ਪਲੱਸ ਤਾਂ ਹੋਣੇ ਹੀ ਚਾਹੀਦੇ ਸੀ ਕਿਸੇ ਵੀ ਹਾਲਤ 'ਚ, ਤੇ ਉਹ ਐਕੂਰੇਸੀ ਵੀ ਹੋਣੀ ਚਾਹੀਦੀ ਸੀ। ਐ ਨਹੀਂ ਵੀ ਸਿਰਫ ਕਰਕੇ ਆਇਆ, 100% ਐਕੂਰੇਸੀ ਵੀ ਉਹਦੇ ਵਿੱਚ ਹੋਣੀ ਚਾਹੀਦੀ ਸੀ। ਕੰਪੀਟੀਸ਼ਨ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਤੁਹਾਡੇ 30 ਦੇ ਵਿੱਚੋਂ 30 ਹੀ ਆਉਣੇ ਚਾਹੀਦੇ ਆ। ਚਲੋ ਆਪਾਂ 28-29 ਕਹਿ ਸਕਦੇ ਜੇਕਰ ਤੁਸੀਂ ਥੋੜਾ ਜਿਹਾ ਸਿਲੈਕਸ਼ਨ ਵੱਲ ਨੂੰ ਜਾਣਾਗਾ, ਬਟ ਜੇ 30 ਦੇ ਵਿੱਚੋਂ 20 ਵੀ ਰਹਿ ਗਏ, ਮੈਥ ਦਾ ਭਾਵੇਂ ਤੁਹਾਡਾ ਵਧੀਆ ਹੋ ਗਿਆ, ਤੁਸੀਂ ਬਹੁਤ ਖੁਸ਼ ਹੋ ਕੇ ਭਾਵੇਂ ਆਏ ਹੋ, ਪਰ ਮਤਲਬ ਇਹ ਸੌਰੀ ਹੈ ਕਿ 20-30 ਦੇ ਵਿੱਚੋਂ ਸੱਚੀ ਬਹੁਤ ਘੱਟ ਹੈ ਜਿਸ ਹਿਸਾਬ ਦਾ ਮੈਥ ਦਾ ਪੇਪਰ ਆਇਆ ਸੀ। ਰਾਈਟ, ਸੋ 30 ਦੇ ਵਿੱਚੋਂ 30 ਯਾਨੀ ਕਿ ਹੋਣੇ ਚਾਹੀਦੇ ਸੀ, ਤੇ ਜਾਂ ਫਿਰ ਤੁਸੀਂ ਕਹਿ ਲਓ 25 ਪਲੱਸ ਤਾਂ ਪੱਕਾ ਹੀ ਹੋਣੇ ਚਾਹੀਦੇ ਸੀ, ਹਨਾ, ਜੇਕਰ ਤੁਸੀਂ ਸਿਲੈਕਸ਼ਨ ਲੈਣੀ ਹੈ। ਹੁਣ ਇਹ ਕੰਪਲੀਟ ਮੈਥ ਨੂੰ ਜੇਕਰ ਤੁਸੀਂ ਕਰਨਾ ਤਾਂ ਐਪਲੀਕੇਸ਼ਨ ਤੁਸੀਂ ਇੰਸਟਾਲ ਕਰਨੀ ਹੈ, ਕੱਲੀ ਡਿਟੇਲ ਤੁਹਾਨੂੰ ਉੱਥੇ ਕੋਰਸ ਦੇ ਵਿੱਚ ਵੀ ਮਿਲ ਜੂਗੀ। ਰਾਈਟ, ਨਹੀਂ ਤੁਸੀਂ ਓਬਵੀਅਸਲੀ ਗੱਲ ਆ ਉੱਥੇ ਡਿਟੇਲ ਇੱਕ ਥੋੜੀ ਛੋਟੀ ਜਿਹੀ ਵੀਡੀਓ ਪਈ ਆ, ਉਹਦੇ ਵਿੱਚ ਦੱਸਿਆ ਹੋਇਆ ਕਿ ਕੰਪਲੀਟ ਮੈਥ ਹੈ, ਵੈਲਿਡਿਟੀ 6 ਮਹੀਨਿਆਂ ਦੀ, ਸਾਰਾ ਕੁਝ ਤੁਹਾਨੂੰ ਐਪਲੀਕੇਸ਼ਨ ਦੇ ਕੇ ਮਿਲ ਜੂਗਾ। ਬਾਕੀ ਓਬਵੀਅਸ ਗੱਲ ਹੈ ਜੇਕਰ ਤੁਸੀਂ ਮੇਰੇ ਤੋਂ ਬਹੁਤ ਟਾਈਮ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਮੇਰੇ ਪੜਾਉਣ ਦਾ ਤਰੀਕਾ, ਮੇਰਾ ਜੋ ਕਹਿ ਲਓ ਵੀ ਇੱਕ ਵੇ ਆਫ ਟੀਚਿੰਗ ਆ, ਉਹ ਸਾਰਾ ਤੁਹਾਨੂੰ ਪਤਾ ਹੈਗਾ। ਸੋ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਇਸ ਨੂੰ ਆਪਾਂ ਅਗਲੇ 3 ਜਾਂ 4 ਮਹੀਨਿਆਂ ਦੇ ਵਿੱਚ ਖਤਮ ਕਰ ਲਾਂਗੇ ਪੂਰੇ ਕੰਪਲੀਟ ਮੈਥ ਨੂੰ। ਤੁਸੀਂ ਐ ਮੰਨੋ ਵੀ ਮੈਕਸਿਮਮ ਇਹਨੂੰ 3 ਮਹੀਨੇ ਲੱਗਣਗੇ ਖਤਮ ਹੋਣ ਨੂੰ, ਤੇ ਕੋਸ਼ਿਸ਼ ਮੇਰੀ ਹੋਗੀ ਕਿ ਉਸ ਤੋਂ ਪਹਿਲਾਂ ਹੀ ਆਪਾਂ ਇਹਨੂੰ ਖਤਮ ਕਰ ਲਈਏ, ਕਿਉਂਕਿ ਐਕਸਾਈਜ਼ ਇੰਸਪੈਕਟਰ ਦਾ ਵੀ ਪੇਪਰ ਹੈ, SSB ਕਲਰਕ ਵੀਡੀਓ ਵਗੈਰਾ ਵੀ ਪੇਪਰ ਹੈਗਾ। ਰਾਈਟ, ਅਪ ਟੂ PPSC ਲੈਵਲ ਆ। ਸੋ ਇਹ ਫਿਕਰ ਨਾ ਕਰਿਓ ਕਿ ਜੇਕਰ PPSC ਸੀਨੀਅਰ ਅਸਿਸਟੈਂਟ ਹੈ ਜਾਂ ਉਹਦੇ ਵਿੱਚ ਯਾਨੀ ਕਿ ਮੈਥ ਆ ਗਿਆ ਤਾਂ ਉਹ ਔਖਾ ਆ ਗਿਆ ਤਾਂ ਆਪਣਾ ਹੋ ਜਾਊਗਾ ਜਾਂ ਨਹੀਂ ਹੋ ਜਾਊਗਾ, ਭੱਜ ਕੇ ਹੋਊਗਾ। ਬਸ ਇੱਕੋ ਚੀਜ਼ ਆ ਕਿ ਡਿਟੇਲ ਦੇ ਵਿੱਚ ਤੁਹਾਨੂੰ ਪੜ੍ਹਨਾ ਪਊਗਾ। ਹੁਣ ਜੇਕਰ ਮੈਂ ਪਿਛਲੇ ਕੋਰਸ ਦੀ ਗੱਲ ਕਰਾਂ ਤਾਂ ਪਿਛਲੇ ਕੋਰਸ ਦੇ ਵਿੱਚ ਲਗਭਗ ਜਿਹੜੇ ਮੈਥ ਦੇ ਲੈਕਚਰ ਸੀ ਉਹ ਕਿੰਨੇ ਸੀ? 150 ਲੈਕਚਰ ਸੀ, ਯਾਨੀ 155 ਜਾਂ 56 ਲੈਕਚਰ ਸੀਗੇ। ਰਾਈਟ, ਜਿਨ੍ਹਾਂ ਨੇ ਪੜ੍ਹਿਆ ਹੋਇਆ ਉਹਨਾਂ ਨੂੰ ਪਤਾ ਹੈਗਾ ਬਹੁਤ ਡਿਟੇਲ ਦੇ ਵਿੱਚ ਸੀਗਾ। ਜਿਵੇਂ ਫੋਰ ਐਗਜ਼ਾਮਪਲ ਮੈਂ ਇੱਕ ਸਬਜੈਕਟ ਦੀ ਗੱਲ ਕਰਾਂ, ਟਾਈਮ ਐਂਡ ਵਰਕ ਦੀ ਗੱਲ ਕਰਾਂ, ਠੀਕ ਹੈ, ਇਹ ਹਾਲਾਂਕਿ ਮੈਂ ਡਿਟੇਲ ਕੋਰਸ ਦੇ ਵਿੱਚ ਦੱਸਣਾ ਚਾਹਣਾ, ਇੱਥੇ ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰੂੰਗਾ। ਜਿਵੇਂ ਟਾਈਮ ਐਂਡ ਵਰਕ ਆ ਤਾਂ ਇਹਦੇ 12 ਲੈਕਚਰ ਹੈ, ਇਸੇ ਤਰੀਕੇ ਨਾਲ ਪ੍ਰੋਫਿਟ ਐਂਡ ਲਾਸ ਆ ਉਹਦੇ 12 ਲੈਕਚਰ ਆ, ਯਾਨੀ ਇਸ ਤਰੀਕੇ ਦੇ ਨਾਲ 12 ਇੱਕ ਯਾਨੀ ਜਿਹੜਾ ਟੌਪਿਕ ਆ ਉਸ ਨੂੰ ਵੰਡਿਆ ਗਿਆ ਸੀ, ਤੇ ਲਗਭਗ 150 ਪਲੱਸ ਲੈਕਚਰ ਬਣ ਗਿਆ ਸੀ। ਤੇ ਇਸ ਵਾਰੀ ਤੁਸੀਂ ਐ ਮੰਨੋ ਵੀ ਇਹ 200 ਪਲੱਸ ਹੋ ਸਕਦਾ, 200 ਕ੍ਰਾਸ ਹੋ ਸਕਦਾ। ਐਂਡ ਪਰਸੋਂ ਤੋਂ ਸਟਾਰਟ ਹੋਣਗੇ, ਪਰਸੋਂ ਤੋਂ ਕਲਾਸਿਸ ਸਟਾਰਟ ਹੋਣਗੀਆਂ। ਨੋ ਲਾਈਵ ਕਲਾਸ ਕੋਈ ਵੀ ਨਹੀਂ ਹੋਊਗੀ, ਜਸਟ ਇੱਕ ਰਿਕਾਰਡਡ ਕਲਾਸਿਸ ਰਹਿਣਗੀਆਂ। ਜਿਹਨਾਂ ਬੱਚਿਆਂ ਦੇ ਇਹ ਡਾਊਟ ਆ ਕਿ ਸਾਰੇ ਸਾਡੇ ਡਾਊਟ ਲਏ ਜਾਣਗੇ ਜਾਂ ਨਹੀਂ ਲੈਣੇ, ਡਾਊਟ ਸਿਰਫ ਉਦੋਂ ਲਏ ਜਾਣਗੇ ਜਦੋਂ ਡਾਊਟ ਹੋਊਗਾ, ਡਾਊਟ ਹੋਣਾ ਹੀ ਨਹੀਂ, ਇਹ ਮੇਰੀ ਗਰੰਟੀ ਆ। ਤੇ ਬਾਕੀ ਤੁਸੀਂ ਡਾਇਰੈਕਟ ਮੈਨੂੰ ਕਾਲ ਵਗੈਰਾ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ, ਕਿਉਂਕਿ ਹੁਣ ਤੱਕ ਮੈਂ ਜਿੰਨੇ ਵੀ ਐ ਕਹ ਲਓ ਵੀ ਸਟੂਡੈਂਟ ਆ ਉਹਨਾਂ ਨਾਲ ਪਰਸਨਲੀ ਉਹਨਾਂ ਨਾਲ ਗੱਲਬਾਤ ਕਰ ਲੈਣਾ, ਕੋਈ ਚੱਕਰ ਵਾਲੀ ਗੱਲ ਨਹੀਂ। ਰਾਈਟ ਹੈ, ਸੋ ਕਹਿਣ ਦਾ ਮਤਲਬ ਕੀ ਹੈ ਕਿ ਪਰਸੋਂ ਤੋਂ ਇਹ ਸਟਾਰਟ ਹੈ। ਜੇਕਰ ਲੈਣਾ ਚਾਹੁੰਦੇ ਹੋ ਤਾਂ ਜਲਦੀ ਇਹਨੂੰ ਲੈ ਲਿਓ, ਕਿਉਂਕਿ ਜਦੋਂ 200 ਪਲੱਸ ਲੈਕਚਰ ਹੈ ਤਾਂ ਇੱਕੋ ਦਮ ਉਹ ਲੈਕਚਰ ਤਾਂ ਹੋਣੇ ਨਹੀਂ। ਹੁਣ ਜਮਾ ਫਰੈਸ਼ ਲੈਕਚਰ, ਜਮਾ ਡਿਟੇਲ ਦੇ ਵਿੱਚ, ਪੂਰਾ ਬਰੀਕੀ ਦੇ ਵਿੱਚ, 0 ਲੈਵਲ ਤੋਂ ਲੈ ਕੇ, ਯਾਨੀ ਜਿਹਨੂੰ 2 ਗੁਣਾ 2 ਵੀ ਨਹੀਂ ਪਤਾ, ਉਹ ਮੈਂ ਸਟੈਪ ਵੀ ਲਿਖੂੰਗਾ ਵੀ 2 ਗੁਣਾ 2 4 ਹੁੰਦਾ। ਕਹਿਣ ਦਾ ਮਤਲਬ ਕੀ ਹੈ ਕਿ ਮੈਂ ਇੱਕ ਬਿਲਕੁਲ ਤੁਹਾਨੂੰ 0 ਲੈਵਲ ਮੰਨ ਕੇ ਹੀ ਕਰਾਊਂਗਾ। ਸੋ ਅਪ ਟੂ PPSC ਲੈਵਲ ਆ। ਸੋ ਜਿਹੜਾ ਮਰਜ਼ੀ ਪੇਪਰ ਆ ਜੇ ਪੰਜਾਬ ਦਾ, ਤੁਸੀਂ ਐ ਮੰਨ ਲਓ ਵੀ ਮੈਥ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰ ਲਓਗੇ, ਇਹ ਮੇਰੀ ਗਰੰਟੀ ਹੈ।
ਰਾਈਟ। ਐਂਡ ਪਲੀਜ਼ ਮੈਂ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਕਿ ਜਿਹੜੇ ਮੇਰੇ ਤੋਂ ਮੈਥ ਪੜ੍ਹੇ ਹੋਏ ਆ ਉਹ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੋ, ਦੱਸਿਆ ਕਰੋ ਕਿ ਹਾਂ ਇਸ ਤਰੀਕੇ ਦੇ ਨਾਲ ਮੈਥ ਪੜ੍ਹਾਇਆ ਜਾਂਦਾ। ਕੋਈ ਐਸੀ ਗੱਲ ਨਹੀਂ ਹੈਗੀ ਕਿ ਜਿਹੜੀ ਤੁਸੀਂ ਮੈਥ ਦੇ ਵਿੱਚ ਨਹੀਂ ਕਰ ਸਕਦੇ, ਬਸ ਇੱਕ ਮੈਥਡ ਹੁੰਦਾ, ਇੱਕ ਕਨਸੈਪਟ ਹੁੰਦਾ। ਕਨਸੈਪਟ ਵੱਲ ਭੱਜੋਗੇ ਸ਼ਾਰਟਕਟ ਤੁਹਾਡੇ ਵੱਲ ਆਪਣੇ ਆਪ ਭੱਜ ਕੇ ਆਊਗਾ, ਸ਼ਾਰਟਕਟ ਵੱਲ ਭੱਜੋਗੇ ਤਾਂ ਕਨਸੈਪਟ ਤੁਹਾਡੇ ਤੋਂ ਉਨਾ ਹੀ ਦੂਰ ਜਾਂਦਾ ਜਾਊਗਾ। ਰਾਈਟ। ਸੋ ਇਹ ਮੇਰੀ ਲਾਈਨ ਕਿ ਬੰਨ ਕੇ ਰੱਖ ਲਿਓ, ਠੀਕ ਹੈ ਨਾ। ਕਨਸੈਪਟ ਵੱਲ ਨੂੰ ਭੱਜਣਾ, ਸ਼ਾਰਟਕਟ ਤੁਹਾਡੇ ਕੋਲ ਆਪਣੇ ਆਪ ਭੱਜ ਕੇ ਆ ਜਾਣਾ। ਰਾਈਟ। ਸੋ ਕਹਿਣ ਦਾ ਮਤਲਬ ਕੀ ਆ ਕਿ ਇਹ ਤੁਹਾਨੂੰ ਮੈਂ ਮੈਥ ਆ ਜਿਹੜਾ ਪੂਰਾ ਡਿਟੇਲ ਦੇ ਵਿੱਚ ਕਰਾ ਦੂੰਗਾ। ਪਰਸੋਂ ਤੋਂ ਇਹਦੀ ਕਲਾਸਿਸ ਐਡ ਹੋਣ ਲੱਗ ਜਾਣਗੀਆਂ। ਸੋ ਜਲਦੀ ਤੋਂ ਜਲਦੀ ਇਸ ਨੂੰ ਐਪਲੀਕੇਸ਼ਨ ਤੋਂ ਤੁਸੀਂ ਕੋਰਸ ਲੈ ਸਕਦੇ ਹੋ। ਐਪਲੀਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ, ਐਪਲੀਕੇਸ਼ਨ ਇੰਸਟਾਲ ਕਰ ਸਕਦੇ ਹੋ। ਰਾਈਟ। ਹੁਣ ਆਪਾਂ ਕੰਪਲੀਟ ਮੈਥ ਦੇ ਨਾਲ ਨਾਲ ਆਉਣੇ ਮੈਂ ਕੰਪਲੀਟ ਪੰਜਾਬ ਜੀਕੇ। ਦੇਖੋ ਪੰਜਾਬ ਜੀਕੇ ਆਲਰੇਡੀ ਮੈਂ ਬਹੁਤ ਡਿਟੇਲ ਦੇ ਵਿੱਚ YouTube ਤੇ ਵੀ 3-4 ਘੰਟੇ ਦੀ ਵੀਡੀਓ ਪਾ ਰੱਖੀ ਆ, ਬਟ ਉਹ ਇਨਫ ਨਹੀਂ ਹੈਗੀ ਪੰਜਾਬ ਜੀਕੇ ਦੇ ਵਿੱਚ। ਜਿਵੇਂ ਹੁਣ ਤੁਹਾਨੂੰ ਮੈਂ ਦੱਸਦਾ ਕਿ ਜਿਵੇਂ ਆਰਟ ਐਂਡ ਕਲਚਰ ਹੋ ਗਿਆ, ਆਰਟ ਐਂਡ ਕਲਚਰ ਵਗੈਰਾ ਹੋ ਗਿਆ। ਰਾਈਟ। ਆਰਟ ਐਂਡ ਕਲਚਰ ਹੋ ਗਿਆ, ਜਾਂ ਤੁਸੀਂ ਕਹਿ ਲਓ ਕਿ ਤੁਹਾਡਾ ਜਿਹੜਾ ਸਟੈਟ ਪੋਰਸ਼ਨ ਹੈ, ਸਟੈਟਿਕ ਪੋਰਸ਼ਨ ਹੈ। ਰਾਈਟ। ਜਿਹਦੇ ਵਿੱਚ ਤੁਸੀਂ ਐਂ ਕਹ ਲਓ ਵੀ ਇੰਪੋਰਟੈਂਟ ਗੁਰਦੁਆਰਾਜ਼ ਆ ਗਏ, ਇੰਪੋਰਟੈਂਟ ਤੁਹਾਡਾ ਉਹ ਵੀ ਕਲਚਰ ਦੇ ਨਾਲ ਹੀ ਰਿਲੇਟਡ, ਬੇਸਿਕਲੀ ਮੇਲੇ ਵਗੈਰਾ ਹੋ ਗਏ, ਫੈਸਟੀਵਲ ਹੋ ਗਏ, ਹੈ ਨਾ, ਔਰਨਾਮੈਂਟਸ ਵਗੈਰਾ ਹੋ ਗਏ। ਸੋ ਉਹ ਬਹੁਤ ਜ਼ਿਆਦਾ ਯਾਨੀ ਕਿ ਜਿਹੜੇ ਹੈਗੇ 3-4 ਕੁਐਸਚਨ ਯਾਨੀ ਕਿ ਉਹਨਾਂ ਦੇ ਪੁੱਛ ਲਏ ਜਾਂਦੇ ਆ। ਬਾਕੀ ਹਿਸਟਰੀ ਹੋ ਗਿਆ ਤੁਹਾਡਾ, ਜਿਓਗ੍ਰਾਫੀ ਹੋ ਗਿਆ। ਰਾਈਟ। ਇਕਨੋਮਿਕਸ ਹੋ ਗਿਆ। ਰਾਈਟ। ਇਹ ਵੀ ਕੁਐਸਚਨ ਪੁੱਛ ਲਏ ਜਾਂਦੇ। ਸੋ ਇਹ ਸਾਰੇ ਆਪਾਂ ਪੰਜਾਬ ਜੀਕੇ ਦੇ ਵਿੱਚ ਕਰਾਂਗੇ ਬਖੂਬੀ ਢੰਗ ਦੇ ਨਾਲ ਜਿਹੜੀ ਹੈਗੀ MCQ ਯਾਨੀ ਕਿ ਪੰਜਾਬ ਬੇਸਡ ਜਿਹੜੀ ਟੈਸਟ ਸੀਰੀਜ਼ ਹੋਊਗੀ ਉਹ ਵੀ ਇਹਦੇ ਵਿੱਚ ਤੁਹਾਨੂੰ ਯਾਨੀ ਕਿ ਮਿਲੂਗੀ। ਰਾਈਟ। ਪੂਰੀ ਡਿਟੇਲ ਦੇ ਵਿੱਚ ਯਾਨੀ ਕਿ ਪੰਜਾਬ ਜੀਕੇ ਦਾ ਕੋਰਸ ਤਿਆਰ ਹੈ ਤੇ ਤੁਸੀਂ ਇਹ ਵੀ ਲੈ ਸਕਦੇ ਹੋ। ਯਾਨੀ ਇਹਦੀਆਂ ਵੀ ਕਲਾਸਾਂ ਨਾਲ ਦੀ ਨਾਲ ਐਡ ਹੋਣ ਲੱਗ ਜਾਣਗੀਆਂ। ਕਲਾਸਿਸ ਜਦੋਂ ਐਡ ਹੋਣ ਲੱਗ ਗਈਆਂ ਤੁਸੀਂ ਆਪਣੇ ਆਪ ਦੇਖੋਗੇ ਕਿ ਇੰਨੇ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੇ ਨੋਟਸ ਵਗੈਰਾ ਤਿਆਰ ਕਰ ਲਓਗੇ। ਰਾਈਟ। ਸੋ ਸਾਰਾ ਕੁਝ ਹੋਊਗਾ ਤੇ ਨਾਲ ਹੀ ਇਹਦੇ ਪੰਜਾਬ ਜੀਕੇ ਦੇ ਵਿੱਚ ਜੋ ਕਹਿ ਲਓ ਵੀ ਪੰਜਾਬ ਦੇ ਵਿੱਚ ਕਰੰਟ ਅਫੇਅਰ ਦੇ ਨਾਲ ਜੁੜਿਆ ਹੋਇਆ ਜਿਹੜਾ ਸਟੈਟਿਕ ਜੀਕੇ ਆ, ਕਰੰਟ ਅਫੇਅਰ ਤਾਂ ਮੈਂ YouTube ਤੇ ਕਰਾਉਂਗਾ, ਕਰੰਟ ਅਫੇਅਰ ਦੇ ਨਾਲ ਜੋ ਜੁੜਿਆ ਹੋਇਆ ਸਟੈਟਿਕ ਜੀਕੇ ਉਹ ਵੀ ਨਾਲ ਹੋਊਗਾ, ਯਾਨੀ ਸਟੈਟਿਕ ਜੀਕੇ ਮੰਨੋ ਪੰਜਾਬ ਜੀਕੇ ਦਾ। ਰਾਈਟ। ਸੋ ਇਹ ਵੀ ਅਪ ਟੂ PPSC ਲੈਵਲ ਹੈ, ਯਾਨੀ ਕਿ ਤੁਸੀਂ ਇਹ ਮੰਨ ਲਓ PPSC ਸੀਰੀਅਲ ਅਸਿਸਟੈਂਟ ਹੋ ਗਿਆ ਜਾਂ ਫਿਰ ਹੋਰ ਕੋਈ ਵੀ ਪੇਪਰ ਹੋ ਗਿਆ ਉਸ ਤੋਂ ਥੱਲੇ ਵਾਲਾ, ਉਹ ਸਾਰੇ ਵਾਸਤੇ ਪੰਜਾਬ ਜੀਕੇ ਜਿਹੜੀ ਤੁਹਾਡੀ ਯਾਨੀ ਹੋ ਜੂਗੀ। ਇਹ ਮੈਂ ਹੁਣ ਇੱਕ ਸਬਜੈਕਟ ਇਸ ਕਰਕੇ ਅੱਡ ਕਰਤਾ ਕਿਉਂਕਿ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਅੱਡ ਸਬਜੈਕਟ ਅੱਡ ਥਾਵਾਂ ਤੋਂ ਪੜ੍ਹਦੇ ਆ ਐਂਡ ਇਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਹੈਗੀ। ਮੈਂ ਪਰਸਨਲੀ ਵੀ ਅੱਡ ਸਬਜੈਕਟ ਅੱਡ ਥਾਵਾਂ ਤੋਂ ਪੜ੍ਹਿਆ। ਜਿੱਥੋਂ ਤੁਹਾਨੂੰ ਬੈਸਟ ਸਮਝ ਲੱਗਦੀ ਹੈ ਤੁਸੀਂ ਉੱਥੋਂ ਉਸ ਕੋਰਸ ਦੀ ਫੀਸ ਭਰੋ ਤੇ ਸਿਰਫ ਉਹੀ ਸਬਜੈਕਟ ਕਰੋ। ਯਾਨੀ ਬੈਸਟ ਸਬਜੈਕਟ ਬੈਸਟ ਟੀਚਰ ਤੋਂ ਕਰੋਗੇ ਤਾਂ ਉਨਾ ਹੀ ਇਫੈਕਟਿਵ ਹੋਊਗਾ, ਉਨਾ ਹੀ ਵਧੀਆ ਹੋਊਗਾ। ਰਾਈਟ। ਸੋ ਕੰਪਲੀਟ ਪੰਜਾਬ ਜੀਕੇ ਇਹ ਤੁਹਾਨੂੰ ਮੈਂ ਦੱਸਤਾ, ਤੁਹਾਨੂੰ ਸੂਟ ਕਰਦਾ ਹੋਇਆ ਤਾਂ ਤੁਸੀਂ ਜ਼ਰੂਰ ਇਹਦੇ ਵਿੱਚ ਆ ਸਕਦੇ ਹੋ। ਰਾਈਟ। ਇਸ ਤੋਂ ਬਾਅਦ ਆ ਗਿਆ PSSB ਪੋਲਿਟੀ। ਸੇਮ ਤੁਹਾਨੂੰ ਮੈਂ ਦੱਸਤਾ ਕਿ ਪੋਲਿਟੀ ਜਿਵੇਂ ਹੁਣ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੀ ਆਈ ਸੀ। ਸੋ ਪੋਲਿਟੀ ਤਾਂ ਜੇਕਰ ਤੁਸੀਂ ਇਕੱਲੇ YouTube ਦੇ ਸੈਸ਼ਨ ਵੀ ਦੇਖ ਲੈਂਦੇ ਤਾਂ ਪੋਲਿਟੀ ਉਹਦੇ ਵਿੱਚ ਵੀ ਕੰਪਲੀਟ ਹੋ ਜਾਂਦੀ, ਬਟ ਫਿਰ ਵੀ ਜੇਕਰ ਤੁਸੀਂ ਹੁਣ ਪੂਰੀ ਡਿਟੇਲ ਦੇ ਵਿੱਚ ਪੜ੍ਹਨਾ ਤਾਂ ਐਪਲੀਕੇਸ਼ਨ ਕਰੋ ਇੰਸਟਾਲ। PSSB ਮੈਂ ਇਸ ਕਰਕੇ ਲਿਖਿਆ ਕਿਉਂਕਿ ਇੱਥੇ PPSC ਦਾ ਵੀ ਮਸਲਾ ਹੋ ਜਾਂਦਾ। ਕਈ ਵਾਰੀ ਬੰਦਾ PPSC ਕਿਉਂਕਿ PPSC ਵਾਸਤੇ ਥੋੜਾ ਜਿਹਾ ਡਿਟੇਲ ਦੇ ਵਿੱਚ ਪੜ੍ਹਨਾ ਪੈਂਦਾ। ਉਹਨੇ ਸਟੂਡੈਂਟ ਕਈ ਵਾਰੀ ਡਿਟੇਲ ਦੇ ਵਿੱਚ ਨਹੀਂ ਪੜ੍ਹਦੇ, ਉਹਨਾਂ ਨੂੰ ਲੱਗਦਾ ਵੀ ਇੰਨਾ ਹਾਈ ਲੈਵਲ ਅਸੀਂ ਪੜ੍ਹ ਕੇ ਕੀ ਲੈਣਾ, ਅਸੀਂ ਤਾਂ ਇਕੱਲੇ PSSB ਕਲਰਕ ਦਾ ਪੇਪਰ ਦੇਣਾ ਜਾਂ ਐਕਸਾਈਜ਼ ਦਾ ਪੇਪਰ ਦੇਣਾ ਜਾਂ ਵੀਡੀਓ ਦਾ ਪੇਪਰ ਦੇਣਾ। ਇਸ ਕਰਕੇ ਮੈਂ PSSB ਲਿਖਤੀ ਕਿ PSSB ਬੇਸਿਸ ਤੇ ਹੀ ਪੋਲਿਟੀ ਕਰਵਾਈ ਜਾਊਗੀ ਐਂਡ ਬਿਲਕੁਲ ਇਹ ਸਾਰੇ ਫਰੈਸ਼ ਲੈਕਚਰ ਹੋਣਗੇ, ਯਾਨੀ ਨਵੇਂ ਸਿਰਿਓਂ ਤੁਹਾਨੂੰ ਇਹ ਸਾਰਾ ਪੜ੍ਹਾਇਆ ਜਾਊਗਾ। ਸੋ ਕੰਪਲੀਟ ਪੋਲਿਟੀ ਦਾ ਕੋਰਸ ਵੀ ਤੁਸੀਂ ਲੈ ਸਕਦੇ ਹੋ। ਰਾਈਟ। ਇਸ ਤੋਂ ਬਾਅਦ ਸੇਮ ਉਸੇ ਸਟਰਕਚਰ ਦੇ ਬੇਸਿਸ ਤੇ ਜੇਕਰ ਤੁਸੀਂ ਇਕੱਲੀ ਹਿਸਟਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ PSSB ਬੇਸਿਸ ਤੇ ਹਿਸਟਰੀ ਵੀ ਕਰ ਸਕਦੇ ਫॉर ਆਲ ਪੰਜਾਬ ਐਗਜ਼ਾਮ। ਯਾਨੀ ਜੋ ਵੀ ਪੇਪਰ ਦੇ ਵਿੱਚ ਹਿਸਟਰੀ ਆਉਂਦੀ ਆ ਤੁਸੀਂ ਬਸ ਇੱਕ ਵਾਰੀ ਕਰਕੇ ਦੇਖੋ, ਐਸੇ ਨਜ਼ਾਰੇ ਬੰਨੇ ਜਾਣਗੇ ਵੀ ਤੁਸੀਂ ਪੂਰੀ ਆਸ਼ਾ ਕਰ ਉਠੋਗੇ। ਤੁਸੀਂ ਕਹੋਗੇ ਵੀ ਕਿਆ ਬਾਤ ਆ, ਅਸੀਂ ਐਸੇ ਹਿਸਟਰੀ ਦੇ ਨੋਟਸ ਕਦੇ ਬਣਾਏ ਨਹੀਂ ਸੀ, ਐਸੀ ਹਿਸਟਰੀ ਕਦੇ ਪੜ੍ਹੀ ਨਹੀਂ ਸੀ, ਕਿਆ ਬਾਤ ਹੋ। ਠੀਕ ਹੈ। ਸੇਮ ਉਸ ਤੋਂ ਬਾਅਦ ਆਪਾਂ ਹਿਸਟਰੀ ਤੋਂ ਬਾਅਦ ਗੱਲ ਕਰੀਏ ਤਾਂ ਜਿਓਗ੍ਰਾਫੀ ਆ। ਜਿਓਗ੍ਰਾਫੀ ਵੀ ਤੁਸੀਂ PSSB ਲੈਵਲ ਦੀ ਪੜ੍ਹ ਸਕਦੇ ਹੋ। PPSC ਲੈਵਲ ਦੀ ਵੀ ਮੈਂ ਜਿਓਗ੍ਰਾਫੀ ਜਿਹੜੀ ਕਰਵਾਈ ਹੋਈ ਆ, ਜਾਂ ਮੈਂ ਕਹਿ ਲਓ ਹਿਸਟਰੀ ਵਗੈਰਾ ਵੀ ਪੋਲਿਟੀ ਵਗੈਰਾ ਵੀ ਸਭ ਕਰਵਾਇਆ ਹੋਇਆ, ਬਟ ਉਹ ਹਜੇ ਕੋਰਸ ਨਵੇਂ ਸਿਰਿਓਂ ਮੈਂ ਲਾਂਚ ਕਰਨੇ ਆ। ਫਿਲਹਾਲ ਮੈਂ PSSB ਦੇ ਲਾਂਚ ਕਰ ਰਿਹਾ ਕਿਉਂਕਿ PSSB ਕਲਰਕ ਹੋ ਗਿਆ, ਵੀਡੀਓ ਹੋ ਗਿਆ, ਐਕਸਾਈਜ਼ ਹੋ ਗਿਆ, ਸਾਰੇ ਯਾਨੀ ਕਿ ਹੁਣ ਪੇਪਰ ਆਉਣਗੇ। ਸੋ ਜਿਓਗ੍ਰਾਫੀ ਦਾ ਜੇਕਰ ਇਕੱਲਾ ਕਰਨਾ ਚਾਹੁੰਦੇ ਤਾਂ ਇਕੱਲੇ ਜਿਓਗ੍ਰਾਫੀ ਦਾ ਵੀ ਮੈਂ ਲਾਂਚ ਕੀਤਾ ਹੋਇਆ। ਇਸ ਤੋਂ ਬਾਅਦ ਹੁਣ ਮੈਂ ਕਰਤੀ ਗੱਲ ਕੰਪਲੀਟ PSSB GK ਦੀ। ਕਾਰਨ ਕੀ ਆ ਕਿ ਦੇਖੋ ਸਿੱਧੀ ਜੀ ਗੱਲ ਆ, ਜਿਹਨੇ ਤਾਂ ਸਬਜੈਕਟ ਵਾਈਜ਼ ਪੜ੍ਹਨਾ
ਜਿਵੇਂ ਜਿਹਨੇ ਕੱਲੀ ਹਿਸਟਰੀ ਪੜ੍ਹਨੀ ਹੈ ਉਹ ਕੱਲੀ ਹਿਸਟਰੀ ਪੜ੍ਹ ਲੇ, ਜਿਹਨੇ ਕੱਲਾ ਜਿਓਗ੍ਰਾਫੀ ਪੜ੍ਹਨਾ ਉਹ ਕੱਲੀ ਜਿਓਗ੍ਰਾਫੀ ਪੜ੍ਹ ਲੇ, ਜਿਹਨੇ ਕੱਲਾ ਮੰਨ ਲਓ ਪੋਲਿਟੀ ਪੜ੍ਹਨਾ ਉਹ ਕੱਲਾ ਪੋਲਿਟੀ ਪੜ੍ਹ ਲੇ, ਜਿਹਨੇ ਸਟੈਟਿਕ ਜੀਕੇ ਪੜ੍ਹਨੀ ਉਹ ਕੱਲੀ ਸਟੈਟਿਕ ਜੀਕੇ ਪੜ੍ਹ ਲੇ, ਜਿਹਨੇ ਇਕਨੋਮਿਕਸ ਪੜ੍ਹਨਾ ਉਹ ਕੱਲੀ ਇਕਨੋਮਿਕਸ ਪੜ੍ਹ ਲੇ, ਜਿਹਨੇ ਕੱਲਾ ਸਾਇੰਸ ਐਂਡ ਟੈਕ ਪੜ੍ਹਨਾ ਉਹ ਕੱਲਾ ਸਾਇੰਸ ਐਂਡ ਟੈਕ ਪੜ੍ਹ ਲੇ, ਜਿਹਨੇ ਇਨਵਾਇਰਨਮੈਂਟ ਪੜ੍ਹਨਾ ਉਹ ਕੱਲਾ ਇਨਵਾਇਰਨਮੈਂਟ ਪੜ੍ਹ ਲੇ। ਇਹ ਹੁਣ ਜੀਕੇ ਦੇ ਸਾਰੇ ਸਬਜੈਕਟ ਮੈਂ ਇੱਕ ਤਰ੍ਹਾਂ ਨਾਲ ਲਿਖਤੇ। ਜਿਹਨੇ ਕਰੰਟ ਅਫੇਅਰ ਪੜ੍ਹਨਾ ਉਹ ਕੱਲੇ ਕਰੰਟ ਅਫੇਅਰ ਪੜ੍ਹ ਲੇ, ਬਟ ਜਿਹਨੇ ਸਾਰਾ ਕੰਪਲੀਟ ਕਰਨਾ, ਜਿਹਨੇ ਕੱਲੀ ਐਂ ਕਹ ਲਓ ਵੀ ਇੱਕ ਜੀਕੇ ਹੀ ਕਰਨੀ ਹੈ, ਵੀ ਸਾਡੀ ਜੀਕੇ ਬਹੁਤ ਵੀਕ ਹੈ, P++ ਬੇਸਿਸ ਤੇ ਜਿੰਨੀ ਜੀਕੇ ਉਹ ਅਸੀਂ ਕਰਨੀ ਹੈ, ਦੈਨ P++ ਜੀਕੇ ਦਾ ਅਲੱਗ ਤੋਂ ਕੋਰਸ ਹੈਗਾ, ਐਂਡ ਇਨਕਲੂਡਿੰਗ ਪੰਜਾਬ ਜੀਕੇ, ਇਨਕਲੂਡਿੰਗ ਪੰਜਾਬ ਜੀਕੇ, ਯਾਨੀ ਪੰਜਾਬ ਜੀਕੇ ਹੋ ਗਿਆ ਜਾਂ ਭਾਵੇਂ ਇੰਡੀਅਨ ਜੀਕੇ ਆ, P++ ਦੀ ਜਿਹੜੀ ਉਹ 50 ਨੰਬਰਾਂ ਦੀ ਜੀਕੇ ਆ, ਤੁਸੀਂ ਐਂ ਮੰਨ ਲਓ ਵੀ ਉਹ ਸਾਰੀ ਇੱਕੋ ਕੋਰਸ ਦੇ ਵਿੱਚ ਹੈ, ਰਾਈਟ। ਯਾਨੀ ਕਹਿਣ ਦਾ ਮਤਲਬ ਜੇਕਰ ਤੁਸੀਂ ਇਕੱਲੇ ਇਕੱਲੇ ਸਬਜੈਕਟ ਨੂੰ ਨਹੀਂ ਲੈਣਾ ਚਾਹੁੰਦੇ ਤਾਂ ਫਿਰ P++ ਜੀਕੇ ਤੁਹਾਡੇ ਵਾਸਤੇ ਕੋਰਸ ਹੈ। ਬਹੁਤ ਡਿਟੇਲ ਦੇ ਵਿੱਚ ਇਹਦੇ ਵਿੱਚ ਵੀ ਹੋਊਗਾ, ਬਸ ਨੋਟਸ ਬਣਾਉਣੇ ਪੈਣਗੇ, ਡਿਟੇਲ ਦੇ ਵਿੱਚ ਲਿਖਣਾ ਪਊਗਾ, ਬਹੁਤ ਤਰੀਕੇ ਦੇ ਨਾਲ ਕਰਨਾ ਪਊਗਾ, ਕੁਐਸਚਨ ਕਰਨੇ ਪੈਣਗੇ, ਟੈਸਟ ਸੀਰੀਜ਼ ਵੀ ਵਿੱਚ ਹੀ ਇਨਕਲੂਡ ਹੋਊਗੀ, ਟੈਸਟ ਵੀ ਲਾਉਣੇ ਪੈਣਗੇ, ਫਿਰ ਕਿਤੇ ਜਾ ਕੇ ਗੱਲਬਾਤ ਬਣੂਗੀ, ਬਹੁਤ ਡਿਟੇਲ ਦੇ ਵਿੱਚ ਕਰਨਾ ਪਵੇਗਾ, ਰਾਈਟ। ਇਸ ਤੋਂ ਬਾਅਦ ਆ ਗਿਆ ਕੰਪਲੀਟ ਰੀਜ਼ਨਿੰਗ। ਸੋ ਆਬਵੀਅਸ ਗੱਲ ਆ, ਜਿਵੇਂ ਤੁਸੀਂ ਕੰਪਲੀਟ ਮੈਥ ਦੀ ਗੱਲ ਕੀਤੀ ਆ ਉਸੇ ਤਰੀਕੇ ਦੇ ਨਾਲ ਕੰਪਲੀਟ ਰੀਜ਼ਨਿੰਗ ਆ। ਜੇਕਰ ਕੱਲੀ ਰੀਜ਼ਨਿੰਗ ਕਰਨਾ ਚਾਹੁੰਦੇ ਤਾਂ ਕੰਪਲੀਟ ਰੀਜ਼ਨਿੰਗ ਵੀ ਤੁਸੀਂ ਕਰ ਸਕਦੇ ਹੋ। ਅੱਛਾ, ਫੈਕਲਟੀ ਮੈਂ ਦੱਸ ਦਿੰਦਾ ਕਿ ਜਿਹੜਾ GS ਆ ਤੇ ਪਲੱਸ ਮੈਥ ਹੈ ਇਹ ਤਾਂ ਮੈਂ ਹੀ ਕਰਵਾਉਂਗਾ, ਰਾਈਟ। ਰੀਜ਼ਨਿੰਗ ਆ ਜਿਹੜੇ ਉਹ ਆਪਣੇ ਪ੍ਰਸ਼ੋਤਮ ਸਰ ਹੈ, ਰਾਈਟ। ਇੰਗਲਿਸ਼ ਉਹ ਪਿੰਕੀ ਮੈਮ ਹੈ, ਕੰਪਿਊਟਰ ਵੀ ਪਿੰਕੀ ਮੈਮ ਹੀ ਹੈ, ਰਾਈਟ। ਐਂਡ ਜਿਹੜਾ ਪੰਜਾਬੀ ਹੈ ਉਹ ਆਪਣੇ ਹੈਗੇ ਕਿਰਨ ਮੈਡਮ, ਰਾਈਟ। ਸੋ ਕਹਿਣ ਦਾ ਮਤਲਬ ਜੇਕਰ ਤੁਸੀਂ ਇਹ ਦੇਖੋਗੇ ਤਾਂ ਅੱਡ ਸਬਜੈਕਟ ਨੂੰ ਅੱਡ ਟੀਚਰ ਹੈ। ਆਬਵੀਅਸ ਗੱਲ ਹੈ ਮੇਰੇ ਕੋਲ ਜ਼ਿਆਦਾ ਵੱਡਾ ਪੋਰਸ਼ਨ ਹੈ, GS ਤੇ ਮੈਥ ਇਹ ਸਾਰਾ ਮੈਂ ਹੀ ਕਰਵਾਉਂਗਾ, ਬਾਕੀ ਅਲੱਗ-ਅਲੱਗ ਟੀਚਰ ਕਰਵਾਉਣਗੇ। ਸੋ ਜੇਕਰ ਕੱਲੀ ਰੀਜ਼ਨਿੰਗ ਕਰਨਾ ਚਾਹੁੰਦੇ ਤਾਂ ਕੰਪਲੀਟ ਰੀਜ਼ਨਿੰਗ ਦਾ ਕੋਰਸ ਵੀ ਤਿਆਰ ਹੈ, ਉਹ ਤੁਸੀਂ ਜੁਆਇਨ ਕਰ ਸਕਦੇ ਹੋ। ਸਿਮਿਲਰਲੀ ਕੰਪਲੀਟ ਇੰਗਲਿਸ਼ ਪਿੰਕੀ ਮੈਡਮ ਕਰਵਾਉਣਗੇ। ਇੰਗਲਿਸ਼ ਦੇ ਵਿੱਚ ਤੁਹਾਡੀ ਵੋਕੈਬਲਰੀ ਹੋਗੀ, ਰਾਈਟ, ਇਸ ਨੂੰ ਸਟਰੋਂਗ ਕਰਵਾਇਆ ਜਾਊਗਾ। ਬਾਕੀ ਗ੍ਰਾਮਰ ਵਗੈਰਾ ਹੋ ਗਿਆ, ਜੋ ਵੀ ਤੁਹਾਡਾ ਫਾਈਂਡ ਦਾ ਐਰਰ ਆਉਂਦਾ, ਸਪੈਲਿੰਗ ਆਉਂਦੇ, ਵੋਕੈਬਲਰੀ, ਈਡੀਅਮ, ਫਰੇਜ਼, ਵਨ ਵਰਡ ਸਬਸਟੀਟਿਊਸ਼ਨ ਹੋ ਗਏ, ਜਾਂ PQRS ਹੋ ਗਿਆ, ਜਾਂ ਤੁਹਾਡਾ ਵੋਇਸ ਨਰੇਸ਼ਨ ਹੋ ਗਿਆ। ਸੋ ਸਾਰਾ ਡਿਟੇਲ ਦੇ ਵਿੱਚ ਕੰਪਲੀਟ ਇੰਗਲਿਸ਼ ਦਾ ਕੋਰਸ ਵੀ ਪਿਆ, ਰਾਈਟ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕੰਪਲੀਟ ਕੰਪਿਊਟਰ ਦਾ ਕੋਰਸ ਵੀ, ਯਾਨੀ ਕਿ ਇਸੇ ਤਰੀਕੇ ਦੇ ਨਾਲ ਪੂਰਾ ਸਟਰਕਚਰਡ ਵੇ ਦੇ ਨਾਲ ਪਿਆ, ਰਾਈਟ। ਹੁਣ ਆਪਾਂ ਗੱਲ ਕਰੀਏ ਕੰਪਿਊਟਰ ਪੰਜਾਬੀ ਹੋ ਗਿਆ, ਰਾਈਟ। ਯਾਨੀ ਇਹ ਤੁਹਾਡੇ ਜਿਹੜੇ ਇੰਗਲਿਸ਼ ਪੰਜਾਬੀ ਕੰਪਿਊਟਰ ਵੀ ਬਹੁਤ ਜ਼ਿਆਦਾ ਕਹਿ ਲਓ ਵੀ ਵਧੀਆ ਹੋਣੇ ਚਾਹੀਦੇ ਜੇਕਰ ਤੁਸੀਂ ਪੇਪਰ ਦੇ ਵਿੱਚ ਸਿਲੈਕਸ਼ਨ ਲੈਣਾ ਚਾਹੁੰਦੇ ਹੋ, ਤਾਂ ਇਹਦਾ ਵੀ ਯਾਨੀ ਕਿ ਜਿਹੜਾ ਹੈਗਾ ਕੋਰਸ ਅਲੱਗ ਤੋਂ ਬਣਿਆ ਪਿਆ ਹੈਗਾ, ਰਾਈਟ। ਹੁਣ ਜੇਕਰ ਮੈਂ ਗੱਲ ਕਰਾਂ ਕਿ ਜੇ ਮੰਨ ਲਓ ਤੁਸੀਂ P++ ਕਲਰਕ ਹੋ ਗਿਆ, ਐਕਸਾਈਜ਼ ਹੋ ਗਿਆ, ਵੀਡੀਓ, ਦੇਖੋ ਆਲਰੇਡੀ ਕੋਰਸ ਤਾਂ ਚੱਲ ਰਿਹਾ ਸੀ, ਆਲਰੇਡੀ ਬਹੁਤ ਸਾਰੇ ਸਟੂਡੈਂਟ ਨੇ ਐਨਰੋਲ ਕਰ ਵੀ ਲਿਆ, ਰਾਈਟ। ਬਟ ਹੁਣ ਨਵਾਂ ਕੋਰਸ ਜਿਹੜਾ ਬਣਾਇਆ ਗਿਆ ਉਹਦੇ ਵਿੱਚ ਵੀ ਮੈਂ ਇਹਨਾਂ ਤਿੰਨਾਂ ਨੂੰ ਕੰਬਾਈਨ ਕਰਤਾ, ਕਿਉਂਕਿ ਪਹਿਲੇ ਕਲਰਕ ਅੱਡ ਸੀ, ਵੀਡੀਓ ਅੱਡ ਸੀ, ਐਕਸਾਈਜ਼ ਅੱਡ ਸੀ। ਹਾਲਾਂਕਿ ਉਹਦੇ ਵਿੱਚ ਜਿੰਨੇ ਲੈਕਚਰ ਸੀ ਉਹ ਸਾਰੇ ਲਗਭਗ ਕਾਮਨ ਸੀ, ਕਿਉਂਕਿ ਹੁਣ ਸਿਲੇਬਸ ਤਾਂ ਉਹੀ ਹੈ ਨਾ। ਤਾਂ ਇਸੇ ਕਰਕੇ ਮੈਂ P++ ਦੇ ਜਿੰਨੇ ਵੀ ਇਹ ਪੇਪਰ ਆ ਸਾਰਿਆਂ ਨੂੰ ਕੰਬਾਈਨ ਕਰਤਾ, ਐਂਡ ਸਾਰੇ ਸਬਜੈਕਟਾਂ ਨੂੰ ਕੰਬਾਈਨ ਕਰਤਾ ਕਿ ਜੇਕਰ ਤੁਸੀਂ ਭਾਈ ਜਿਵੇਂ ਹੁਣ ਮੈਂ ਕੱਲਾ ਸਬਜੈਕਟ ਲਿਖਿਆ, ਕੱਲਾ ਸਬਜੈਕਟ ਲੈਣਾ ਤਾਂ ਕੱਲਾ ਲਓ, ਨਹੀਂ ਸਾਰਿਆਂ ਨੂੰ ਕੰਬਾਈਨ ਕਰਤਾ, ਜਿਹਦੇ ਵਿੱਚ ਤੁਹਾਡੀ GK ਹੋ ਗਿਆ, CA ਹੋ ਗਿਆ, ਮੈਥ ਹੋ ਗਿਆ, ਰੀਜ਼ਨਿੰਗ ਹੋ ਗਿਆ, ਪੰਜਾਬੀ ਹੋ ਗਈ, ਇੰਗਲਿਸ਼ ਹੋ ਗਈ, ਕੰਪਿਊਟਰ, ਯਾਨੀ ਜਿਹੜੇ ਤੁਹਾਡੇ ਇਹ 7 ਪੋਰਸ਼ਨ ਆ, ਇਹ 7 ਦੇ 7 ਯਾਨੀ ਪੰਜਾਬ GK ਯਾਨੀ ਵਗੈਰਾ ਜਿਹੜਾ ਸਾਰਾ ਕੁਝ ਯਾਨੀ ਕਿ ਪੂਰਾ ਐਂ ਕਹਿ ਲਓ ਵੀ ਫੁੱਲ ਕੋਰਸ ਹੈ। ਇਹ ਫੁੱਲ ਕੋਰਸ ਦੇ ਵਿੱਚ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਫੁੱਲ ਕੋਰਸ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਇਹ P++ ਬੇਸਿਸ ਤੇ ਹੋ ਗਿਆ। ਇਸ ਤੋਂ ਬਾਅਦ ਆ ਗਿਆ ਆਪਾਂ P++ ਕਲਰਕ ਐਕਸਾਈਜ਼ ਵੀਡੀਓ, ਜਿਹੜਾ ਮੈਂ ਹੁਣ ਦੱਸਿਆ ਤੁਹਾਨੂੰ ਕਿ ਇਹ ਤਾਂ ਸਾਰਾ ਆਲ ਸਬਜੈਕਟ ਯਾਨੀ ਕਿ ਇਹਦੇ ਵਿੱਚ ਤਾਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਪੜ੍ਹਾਇਆ ਜਾਊਗਾ ਥਿਓਰੈਟੀਕਲ ਬੇਸਿਸ ਤੇ। ਹੁਣ ਥਿਊਰੀ ਤੇ ਪਲੱਸ ਟੈਸਟ ਸੀਰੀਜ਼ ਤਾਂ ਇਹਦੇ ਵਿੱਚ ਹੈਗੀ ਹੈ, ਰਾਈਟ। ਜਦੋਂ ਥਿਊਰੀ ਆ ਤਾਂ ਫਿਰ ਟੈਸਟ ਸੀਰੀਜ਼ ਵੀ ਉਹਦੇ ਨਾਲ ਹੀ ਹੋਊਗੀ। ਬਟ ਜੇ ਮੰਨ ਲਓ ਹੁਣ ਕੋਈ ਥਿਊਰੀ ਨਹੀਂ ਪੜ੍ਹਨਾ ਚਾਹੁੰਦਾ ਤਾਂ ਫਿਰ ਉਹਦੇ ਵਾਸਤੇ ਆਪਣੇ ਕੋਲੇ ਟੈਸਟ ਸੀਰੀਜ਼ ਅਲੱਗ ਤੋਂ ਪਈ ਆ, ਰਾਈਟ। ਇੰਨੇ ਮੈਂ ਇੰਨਾ ਐਂ ਕਹ ਲਓ ਵੀ ਅੱਡ ਕਰਤਾ, ਇੰਨਾ ਸੈਪਰੇਟ ਕਰਤਾ ਵੀ ਜਿਹੜਾ ਤੁਹਾਨੂੰ ਚਾਹੀਦਾ ਉਹ ਤੁਹਾਨੂੰ ਅਵੇਲੇਬਲ ਹੋ ਜਾਊਗਾ। ਕੱਲੀ ਟੈਸਟ ਸੀਰੀਜ਼ ਜੁਆਇਨ ਕਰਨਾ ਚਾਹੁੰਦੇ ਤੇ ਇਹਦੇ ਵਿੱਚ ਵੀ GK, CA, ਮੈਥ, ਰੀਜ਼ਨਿੰਗ, ਪੰਜਾਬੀ, ਇੰਗਲਿਸ਼, ਕੰਪਿਊਟਰ ਟੈਸਟ ਸੀਰੀਜ਼ ਇਹਦੇ ਵਿੱਚ ਐਡ ਕਰਾਂਗੇ, ਯਾਨੀ ਕੱਲਾ ਟੈਸਟ ਇਹਦੇ ਵਿੱਚ ਐਡ ਹੋਊਗਾ ਤੇ ਉਸ ਟੈਸਟ ਦੀ ਪੂਰੀ ਐਕਸਪਲੇਨੇਸ਼ਨ ਵਗੈਰਾ, ਡਿਸਕਸ਼ਨ ਵਗੈਰਾ ਸਾਰਾ ਕੁਝ ਪਿਆ ਹੋਊਗਾ। ਜੇਕਰ ਤੁਸੀਂ ਇਹਨੂੰ ਜੁਆਇਨ ਕਰਨਾ ਚਾਹੁੰਦੇ ਤਾਂ ਆਹ ਵੀ ਤੁਹਾਨੂੰ ਯਾਨੀ ਕਿ ਮਿਲ ਜਾਵੇਗਾ। ਸਮਝ में बात आई। ਇਸ ਤੋਂ ਬਾਅਦ ਆਪਾਂ ਆਈਏ PPSC ਸੀਨੀਅਰ ਅਸਿਸਟੈਂਟ। PPSC ਸੀਨੀਅਰ ਅਸਿਸਟੈਂਟ ਦੀ ਟੈਸਟ ਸੀਰੀਜ਼ ਹਜੇ ਲਾਂਚ ਨਹੀਂ ਹੋਈ, ਬਟ ਐਂ ਕਹਿ ਲਓ ਵੀ ਅੱਜ ਤੋਂ 4 ਜਾਂ 5 ਦਿਨਾਂ ਬਾਅਦ ਇਹ ਵੀ ਲਾਂਚ ਹੋ ਜਾਣੀ ਆ। ਜੇਕਰ ਸਿਰਫ ਸੀਨੀਅਰ ਅਸਿਸਟੈਂਟ ਯਾਨੀ PPSC ਲੈਵਲ ਦੀ ਟੈਸਟ ਸੀਰੀਜ਼ ਹੈ ਜਿਹੜੀ ਜੁਆਇਨ ਕਰਨਾ ਚਾਹੁੰਦੇ ਤਾਂ ਇਹ ਵੀ ਤੁਹਾਨੂੰ ਜਲਦੀ ਹੀ ਮਿਲ ਜਾਵੇਗੀ। ਹਾਲਾਂਕਿ ਜਿਹੜਾ ਸੀਨੀਅਰ ਅਸਿਸਟੈਂਟ ਆ ਉਹਦੇ ਵਿੱਚ GS ਦਾ ਪੋਰਸ਼ਨ ਤੇ ਜਿਹੜਾ ਤੁਹਾਡਾ ਕੀ ਕਹਿ ਲਓ ਰੀਜ਼ਨਿੰਗ ਹੋ ਗਿਆ ਜਾਂ ਐਪਟੀਟਿਊਡ ਹੋ ਗਿਆ,
ਮੈਥ ਵਗੈਰਾ ਉਹੀ ਆਊਗਾ ਰਾਈਟ। ਸੋ ਇਹਦੀ ਹਜੇ ਅਪਡੇਟ ਕਰਨ ਵਾਲੀ ਹੈਗੀ ਹੈ, 4-5 ਦਿਨਾਂ ਤੱਕ ਇਹ ਵੀ ਤੁਹਾਨੂੰ ਅਵੇਲੇਬਲ ਹੋ ਜਾਊਗਾ। ਸੇਮ ਜਿਵੇਂ ਪੀਪੀਐਸਸੀ ਸੀਨੀਅਰ ਅਸਿਸਟੈਂਟ ਦੀ ਟੈਸਟ ਸੀਰੀਜ਼ ਆ, ਉਸੇ ਤਰੀਕੇ ਦੇ ਨਾਲ ਸੀਨੀਅਰ ਅਸਿਸਟੈਂਟ ਦਾ ਜਿਹੜਾ ਥਿਊਰੀ ਵਾਲਾ ਪੋਰਸ਼ਨ ਹੈ ਤੁਹਾਨੂੰ ਉਹ ਵੀ ਪੂਰੀ ਡਿਟੇਲ ਦੇ ਵਿੱਚ ਮਿਲ ਜਾਵੇਗਾ, ਜਿਹਦੇ ਵਿੱਚ ਕਰੰਟ ਅਫੇਅਰ, ਜਨਰਲ ਨੌਲੇਜ ਐਂਡ ਮੈਥ ਐਂਡ ਰੀਜ਼ਨਿੰਗ ਤੁਹਾਡਾ ਪੂਰਾ ਹੋਵੇਗਾ ਪੂਰੀ ਡਿਟੇਲ ਦੇ ਵਿੱਚ। ਹਾਲਾਂਕਿ ਮੈਥ ਰੀਜ਼ਨਿੰਗ ਤਾਂ ਮੈਂ ਜਦੋਂ ਪਹਿਲਾਂ ਹੀ ਤੁਹਾਨੂੰ ਦੱਸਤਾ ਕਿ ਮੈਥ ਜਿਹੜਾ ਅਪ ਟੂ ਪੀਪੀਐਸਸੀ ਲੈਵਲ ਆਪਾਂ ਕਰਾਂਗੇ ਰਾਈਟ, ਉਹਦੇ ਵਿੱਚ ਹੀ ਸਾਰਾ ਕੁਝ ਹੋ ਜਾਣਾ ਰਾਈਟ। ਹੁਣ ਆ ਗਿਆ PSSB ਕਲਰਕ ਐਕਸਾਈਜ਼ ਵੀਡੀਓ, ਜਿਹੜਾ ਕਿ ਸਭ ਤੋਂ ਮੈਨੂੰ ਇੱਕ ਵਧੀਆ ਯਾਨੀ ਲੱਗਿਆ, ਕਿਉਂਕਿ ਅੱਜ ਕੱਲ੍ਹ ਕੀ ਹੈ ਕਿ ਥਿਓਰੈਟੀਕਲ ਪੋਰਸ਼ਨ ਬਹੁਤ ਥਾਵਾਂ ਤੋਂ ਪੜਾਇਆ ਜਾ ਰਿਹਾ, YouTube ਤੇ ਵੀ ਤੁਹਾਨੂੰ ਮਿਲ ਜਾਂਦਾ, ਬਟ ਪ੍ਰੈਕਟਿਸ ਦੀ ਕਮੀ ਰਹਿ ਜਾਂਦੀ ਆ। ਪ੍ਰੈਕਟਿਸ ਕਾਹਦੀ ਪੜਨਾ? ਜੀਕੇ ਦੀ ਪ੍ਰੈਕਟਿਸ ਕਾਹਦੀ? ਜੀਕੇ ਦੀ ਹੋਗੀ, ਕਰੰਟ ਅਫੇਅਰ ਦੀ ਹੋਗੀ ਰਾਈਟ, GS ਦਾ ਯਾਨੀ ਕਿ ਜਿਹੜਾ ਪੋਰਸ਼ਨ ਆ ਉਹ ਸਾਰਾ ਰਾਈਟ, ਯਾਨੀ ਪ੍ਰੈਕਟਿਸ ਦੀ ਕਮੀ ਰਹਿ ਜਾਂਦੀ। ਕੁਐਸਚਨਾਂ ਨੂੰ ਕਿਵੇਂ ਹੈਂਡਲ ਕਰਨਾ, ਕਿਵੇਂ ਵਿਦ ਆਪਸ਼ਨ ਕਰ ਸਕਦੇ ਆ, ਯਾਨੀ ਜਿੰਨੇ ਨੰਬਰ ਆਫ ਕੁਐਸਚਨ, ਜਿੰਨੀ ਪ੍ਰੈਕਟਿਸ ਜ਼ਿਆਦਾ ਕਰੋਗੇ ਉਨਾ ਹੀ ਤੁਹਾਡਾ ਯਾਨੀ ਪੇਪਰ ਵਧੀਆ ਹੋਣ ਦੇ ਚਾਂਸ ਹੈ। ਸੋ ਇਹਦੇ ਵਿੱਚ 10,000 MCQ ਆਪਾਂ ਕਰਾਂਗੇ। ਇਹ ਟਾਰਗੇਟ ਆਪਣਾ ਟਾਰਗੇਟ 10K ਯਾਨੀ ਆਪਣਾ ਜਿਹੜਾ ਹੈਗਾ ਟਾਰਗੇਟ ਹੈ ਕਿ ਆਪਾਂ ਸਿਰਫ GS ਦਾ ਜਿਹੜਾ ਕੁਐਸਚਨ ਹੈ, GK ਦੇ ਜਿਹੜੇ ਕੁਐਸਚਨ ਆ ਉਹ ਆਪਾਂ 10,000 ਦੇ ਲਵੇ ਤਵੇ ਕਰ ਲਾਂਗੇ। ਹਾਲਾਂਕਿ ਕੁਐਸਚਨਾਂ ਦੀ ਗਿਣਤੀ ਬਹੁਤ ਹੋ ਸਕਦੀ ਹੈ, ਬਟ ਸਿਰਫ ਪ੍ਰੈਕਟਿਸ ਹੈ। ਯਾਨੀ ਜਨਰਲ ਨੌਲੇਜ ਐਂਡ ਸਟੈਟਿਕ ਪੋਰਸ਼ਨ ਵਿਦ ਸਟੈਟਿਕ ਪੋਰਸ਼ਨ। ਸਟੈਟਿਕ ਪੋਰਸ਼ਨ ਦਾ ਮਤਲਬ ਕੀ ਆ ਕਿ ਕੁਝ ਵੀ ਪੁੱਛ ਲੈਣਾ, ਕਰੰਟ ਅਫੇਅਰ ਦੇ ਵਿੱਚੋਂ ਕੁਝ ਪੁੱਛ ਲੈਂਦੇ ਆ, ਜਿਵੇਂ ਹੁਣ ਸਾਇੰਸ ਐਂਡ ਟੈਕ ਦੇ ਬੇਸਿਸ ਤੇ ਪੁੱਛ ਲੈਂਦੇ ਆ, ਇਨਵਾਇਰਨਮੈਂਟ ਬੇਸਿਸ ਤੇ ਪੁੱਛ ਲੈਂਦੇ ਆ, ਇਕਨੋਮਿਕਸ ਬੇਸਿਸ ਤੇ ਪੁੱਛ ਲਿਆ ਜਾਂਦਾ ਹੈਗਾ, ਹਨਾ। ਸੋ ਬੇਸਿਕਲੀ ਇਹਦੇ ਵਿੱਚ ਆਪਾਂ ਪ੍ਰੈਕਟਿਸ ਕਰਾਂਗੇ। ਜੇ ਮੰਨ ਲਓ ਤੁਸੀਂ ਥਿਊਰੀ ਬਿਲਕੁਲ ਵੀ ਨਹੀਂ ਪੜ੍ਹਨੀ ਜੀਕੇ ਦੀ, ਹਨਾ, ਜੀਕੇ ਦੀ, ਤਾਂ ਫਿਰ ਸਿਰਫ 10,000 MCQ ਵਾਲਾ ਜਨਰਲ ਨੌਲੇਜ ਵਿਦ ਸਟੈਟਿਕ ਪੋਰਸ਼ਨ ਵਾਲਾ ਲੈ ਲਓ, ਯਾਨੀ ਫਿਰ ਇਹਦੇ ਵਿੱਚ ਪੂਰੀ ਜੀਕੇ ਆਪਾਂ ਕਰਾਂਗੇ। ਐਂਡ ਟਾਰਗੇਟ ਰਹੂਗਾ ਕਿ ਡੇਲੀ 200 ਕੁਐਸਚਨ ਆ ਜਿਹੜੇ ਤੁਹਾਨੂੰ ਉਹ ਮਿਲ ਜਾਣ, ਯਾਨੀ ਡੇਲੀ 200 ਕੁਐਸਚਨ ਆਪਾਂ ਪ੍ਰੈਕਟਿਸ ਕਰਾਂਗੇ ਰਾਈਟ। ਐਂਡ ਡੇਲੀ 200 ਕੁਐਸਚਨ ਬਹੁਤ ਹੁੰਦਾ, ਯਾਨੀ ਤੁਸੀਂ ਜਦੋਂ ਡੇਲੀ ਕਰੀ ਜਾਓਗੇ ਤਾਂ ਬਹੁਤ ਹੋ ਜਾਊਗਾ, ਹਨਾ। ਸੋ ਬਟ ਉਹਨਾਂ ਦੀ ਐਨਾਲਿਸਿਸ, ਉਹਨਾਂ ਦਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਦੇਖਣਾ ਕਰਨਾ ਸਾਰਾ ਕੁਝ ਤੁਹਾਨੂੰ ਅਵੇਲੇਬਲ ਰਹੂਗਾ ਰਾਈਟ। ਚਲੋ ਖੈਰ, ਤਾਂ ਹੁਣ ਮੰਨ ਲਓ ਜਿੰਨੇ ਵੀ ਮੈਂ ਕੋਰਸ ਤੁਹਾਨੂੰ ਦੱਸੇ ਆ ਰਾਈਟ, ਹੁਣ ਕੱਲਾ ਕੋਰਸ ਕਰਤਾ, ਮੈਥ ਅੱਡ ਕਰਤਾ, ਰੀਜ਼ਨਿੰਗ ਅੱਡ ਕਰਤੀ, ਕੰਪਿਊਟਰ, ਪੰਜਾਬੀ, ਇੰਗਲਿਸ਼, ਹਨਾ, ਸਾਰਾ ਕੁਝ ਅੱਡ ਕਰਤਾ। ਸੋ ਜੇਕਰ ਮੰਨ ਲਓ ਤੁਹਾਨੂੰ ਇਹ ਲੱਗਦਾ ਕਿ ਅਸੀਂ ਤਾਂ ਜੀ PPSC ਦੀ ਤਿਆਰੀ ਵੀ ਕਰਨੀ ਹੈ ਤੇ PSSB ਦੀ ਤਿਆਰੀ ਵੀ ਕਰਨੀ ਹੈ, 10,000 ਪਲੱਸ MCQ ਵੀ ਲੈਣੇ ਆ, ਮੈਥ ਵੀ ਕਰਨਾਗਾ, ਯਾਨੀ ਕਹਿਣ ਦਾ ਮਤਲਬ ਕੱਲਾ ਸਬਜੈਕਟ ਤੁਹਾਨੂੰ ਐ ਲੱਗਦਾ ਕਿ ਯਾਰ ਐਵੇਂ ਕਰਦੇ ਸਾਡਾ ਤਾਂ ਬਹੁਤ ਉਹ ਹੋ ਜਾਣਾ ਰਾਈਟ। ਫਿਰ ਭਾਈ ਇੱਕ ਆਲ ਇਨ ਵਨ ਕੋਰਸ ਪਿਆ, ਇਹਨੂੰ ਕਹਿੰਦੇ ਆ 1 ਈਅਰ ਕੋਰਸ, ਯਾਨੀ 1 ਸਾਲ ਦਾ ਕੋਰਸ ਹੈ, 1 ਈਅਰ ਕੋਰਸ, ਠੀਕ ਹੈ। ਫਿਰ ਐਂ ਕਹ ਲਓ ਵੀ ਇਹਦੇ ਵਿੱਚ PPSC ਵੀ ਹੈਗਾ, ਇਹਦੇ ਵਿੱਚ PSSB ਵੀ ਹੈਗਾ। ਆਲ ਇਨ ਵਨ ਦਾ ਮਤਲਬ ਯਾਨੀ ਜਿੰਨੇ ਵੀ ਹੁਣ ਤੱਕ ਮੈਂ ਕੋਰਸ ਤੁਹਾਨੂੰ ਗਿਣਾਤੇ ਉਹ ਸਾਰੇ ਕੋਰਸਾਂ ਨੂੰ ਇੱਕ ਕੋਰਸ ਦੇ ਵਿੱਚ ਪਾਤਾ, ਆਲ ਸਬਜੈਕਟ ਬਸ, ਠੀਕ ਹੈ। ਫਿਰ ਤੁਸੀਂ ਭਾਈ ਇਹ ਜਿਹੜਾ ਹੈਗਾ ਜੁਆਇਨ ਕਰ ਸਕਦੇ ਰਾਈਟ। ਸੋ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹ ਸਾਰੀ ਚੀਜ਼ਾਂ ਸਮਝਾਤੀਆਂ। ਬਾਕੀ ਐਪਲੀਕੇਸ਼ਨ ਜਿਹੜੀ ਹੈਗੀ ਉਹ ਤੁਸੀਂ ਇੰਸਟਾਲ ਕਰੋ, ਐਪਲੀਕੇਸ਼ਨ ਇੰਸਟਾਲ ਕਰੋਗੇ ਕਿਉਂਕਿ ਉੱਥੇ ਹੀ ਤੁਹਾਨੂੰ ਸਾਰੀ ਡਿਟੇਲ ਵਗੈਰਾ ਮਿਲ ਜੂਗੀ। ਬਾਕੀ ਤੁਹਾਨੂੰ ਮੈਂ ਨੰਬਰ ਵਗੈਰਾ ਆਪਣਾ ਦੱਸ ਦੇਣਾ, ਜੇਕਰ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਡਾਊਟ ਪੁੱਛ ਸਕਦੇ ਹੋ, 7986906566 ਰਾਈਟ ਹੈ। ਇਹ ਨੰਬਰ ਹੈ। ਇੱਕ ਨੰਬਰ ਹੋਰ ਹੈ 8136256566, ਤਾਂ ਦੋਨਾਂ ਨੰਬਰਾਂ 'ਤੇ ਤੁਸੀਂ ਕਾਲ ਜਾਂ ਮੈਸੇਜ ਵਗੈਰਾ ਕਰ ਸਕਦੇ ਹੋ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ। ਬਟ ਹਾਂ ਜੇਕਰ ਫੋਨ ਵਗੈਰਾ ਮੰਨ ਲਓ ਪਿਕ ਨਹੀਂ ਹੁੰਦਾ ਤਾਂ ਥੋੜਾ ਜਿਹਾ ਪੇਸ਼ੈਂਸ ਵੀ ਰੱਖਿਓ ਰਾਈਟ। ਐਪਲੀਕੇਸ਼ਨ ਇੰਸਟਾਲ ਕਰ ਲਓ, ਤੇ ਜਿਨ੍ਹਾਂ ਕੋਲੇ ਆਈਫੋਨ ਹੈ ਉਹ ਕੀ ਕਰੋ, ਕਲਾਸ ਪਲੱਸ ਇੰਸਟਾਲ ਕਰ ਲਓ, ਕਲਾਸ ਪਲੱਸ ਇੰਸਟਾਲ ਕਰ ਲਓ। ਐਂਡ ਆਰਗੇਨਾਈਜੇਸ਼ਨ ਕੋਡ ਆ ਜਿਹੜਾ, ਆਰਗੇਨਾਈਜੇਸ਼ਨ ਕੋਡ ਆ ਜਿਹੜਾ ਉਹ ਹੈਗਾ ਜੀ MHWIH ਰਾਈਟ। ਇੱਕ ਤੁਹਾਨੂੰ ਮੈਂ ਹੋਰ ਥੋੜੀ ਜਿਹੀ ਗੱਲ ਦੱਸ ਦਿੰਦਾ ਰਾਈਟ, ਕਿ ਮੈਂ ਜ਼ਿਆਦਾ ਪ੍ਰਮੋਸ਼ਨਾਂ ਦੇ ਚੱਕਰ 'ਚ ਨਹੀਂ ਪੈਂਦਾ, ਇਸੇ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਵੀਡੀਓ ਦਾ ਇੰਤਜ਼ਾਰ ਬਾਹਲਾ ਨਾ ਕਰਿਓ, ਤੁਹਾਨੂੰ ਐਂ ਨਾ ਲੱਗੇ ਵੀ ਕੋਈ ਨਾ ਹਜੇ ਥੋੜਾ ਜਿਹਾ ਹੋਰ ਆਫਰ ਆਜੂ ਫਲਾਣਾ ਧਮਕਾ ਰਾਈਟ ਆ। ਸੋ ਸਿੱਧੀ ਜੀ ਗੱਲ ਆ ਭਾਈ, ਬਹੁਤ ਮਿਹਨਤ ਦੇ ਨਾਲ ਇਹ ਕੋਰਸ ਬਣਦੇ ਆ। ਜਦੋਂ ਇੰਨੀ ਡਿਟੇਲ ਦੇ ਵਿੱਚ ਪੜਾਉਂਗਾ ਤਾਂ ਫਿਰ ਤਸੱਲੀ ਕਰਾ ਕੇ ਵੀ ਤੋਰੂੰਗਾ। ਐਂਡ ਬਸ ਰਿਕੁਐਸਟ ਉਹਨਾਂ ਨੂੰ ਕਿ ਜਿਹੜੇ ਮੇਰੇ ਤੋਂ ਪੜ੍ਹੇ ਹੋਏ ਆ ਉਹ ਦੱਸਣ ਜ਼ਰੂਰ ਕਿ ਹਾਂ ਯਾਰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਾਇਆ ਜਾਂਦਾ। ਐਂਡ ਇੰਨੀ ਡਿਟੇਲ ਦੇ ਵਿੱਚ ਪੜ੍ਹ ਲਓਗੇ ਤਾਂ ਕੋਈ ਵੀ ਕੁਐਸਚਨ ਤੁਹਾਡਾ ਯਾਨੀ ਨਹੀਂ ਰੁਕਣਾ, ਵਧੀਆ ਤਰੀਕੇ ਦੇ ਨਾਲ ਪੇਪਰ ਕਰਕੇ ਆਓਗੇ, ਤਸੱਲੀ ਨਾਲ ਕਰਕੇ ਆਓਗੇ, ਪੜ੍ਹਨ ਦਾ ਢੰਗ ਆ ਜਾਊਗਾ ਵੀ ਹਾਂ ਯਾਰ ਜੇਕਰ ਪੜ੍ਹਨਾ ਤਾਂ ਇਸ ਤਰੀਕੇ ਦੇ ਨਾਲ ਪੜ੍ਹੀਦਾ, ਫਾਲਤੂ ਗੱਲਾਂ ਬਾਤਾਂ ਦੇ ਵਿੱਚ ਨਹੀਂ ਪਈਦਾ ਰਾਈਟ। ਸੋ ਇਹ ਭਾਈ ਸਾਰਾ ਕੁਝ ਹੈਗਾ, ਕਰੋ ਤਿਆਰੀ ਹਰ ਇੱਕ ਸਬਜੈਕਟ ਦੀ ਪੂਰੀ ਡਿਟੇਲ ਦੇ ਵਿੱਚ, ਤੇ ਆਪਾਂ ਫਿਰ ਹੁਣ ਮਿਲਾਂਗੇ ਸਿੱਧਾ ਕੋਰਸ ਦੇ ਵਿੱਚ। ਬਾਕੀ ਪਹਿਲੀ ਵੀਡੀਓ ਹੋ ਸਕਦਾ ਤੁਹਾਨੂੰ ਫ੍ਰੀ ਯਾਨੀ ਇੱਕ ਤਰ੍ਹਾਂ ਦੇ ਡੈਮੋ ਦੇ ਤੌਰ ਤੇ ਮਿਲ ਜੇ, ਪਤਾ ਲੱਗ ਜੇ ਕਿ ਕਿਸ ਤਰੀਕੇ ਦੇ ਨਾਲ ਉਹ ਤੁਹਾਨੂੰ ਲੈਕਚਰ ਮਿਲਣਗੇ। ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਮਿਲਦੇ ਰਹਾਂਗੇ ਇਸੇ ਤਰੀਕੇ ਦੇ ਨਾਲ। ਬਾਏ ਬਾਏ, ਟੇਕ ਕੇਅਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ,
ਬਾਬਾ ਨਾਨਕ ਮਿਹਰ ਕਰੇ। ਬਾਏ ਬਾਏ।